किसान जथेबंदियां चलाउणगियां जिन्हों मर्जी नहीं भी जिहड़ा मर्जी बाहरों आया उन्होंने बैक बना दो। जे इदां दा संघर्ष चलाउणा हुंदा तो दिल्ली वाला संघर्ष जिहड़ा अंबाले तो उरे ही जिहड़ा ठुस हो जाना सी और दिल्ली तक पहुंचना नहीं सी। इस करके मेरी बेनती है जिले भी चाहे वो कांग्रेस पार्टी चो होवे चाहे अकाली दल चो होवे चाहे वो किसान जथेबंदी चो होवे अपना एक एक बंदा दे दो उस स्टेज नूं चलाओ। जिन्हों मर्जी बैग जो नहीं बनाना चाहिए मेरे ख्याल च हुण बेनती है हुण सारे बैठ जाओ जज्बा जोश जो साहब के रखो। आप कल फिर दिल्ली को रवाना होना उत्थे जाके मोदी सरकार की संघी नपनी है। सो इत्थे हुण जिहड़ा अपना जिहड़ा धरना है शांतमई चलाइए। सो सारे वीरां नूं बेनती है कि मैक हो रहा एक दूजे को स्टेज चला दो। किसान जथेबंदियां दे नाल जिहड़े नुमाइंदे लो उन्हां नूं इहनूं स्टेज नूं सुचारू ढंग नाल चलाओ। सो सारे दा मान सत्कार ऐ ना करो कि असी थल्ले वाला लैवल आ ये तो मुख्यमंत्री लैवल ने जिहड़ा उत्ते बैठ के चाहे वो अकाली दा होवे चाहे कांग्रेस दा होवे चाहे बीजेपी दा होवे चाहे कामरेडा दा होवे मैं कहला उन्होंने सारे की मिली भुगत करके उन्होंने उत्थे बैठ के सैर कीते ते काले कानून बने आ। जे तुसीं कहोगे इत्थे बीजेपी दा बैठा होवे ते कहे सानूं बोलण नहीं देना ते इदां नहीं चलदी ते जे कोई कांग्रेस के खिलाफ जिला जिला जिहदे हिस्से आउंदा उहनूं मनना चाहिए चाहे वो कामरेड होण चाहे अकाली होण चाहे कांग्रेस होण। इस करके जो किसान जथेबंदियां नुमाइंदगी करदी आ बोलदे आ सानूं उहदी गल सुननी चाहिदी आ। मेहरबानी। बिल्कुल जी बिल्कुल। ਜਿਹੜਾ ਵੀ ਆਪਣੇ ਪੰਜਾਬ ਨੂੰ ਪਿਆਰ ਕਰਦਾ ਜਿਹੜਾ ਆਪਣੇ ਖੇਤਾਂ ਨੂੰ ਪਿਆਰ ਕਰਦਾ ਮਿਹਰਬਾਨੀ ਕਰਕੇ ਬਹਿ ਜਾਓ। ਜੇ ਤੁਸੀਂ ਬੈਠੋਗੇ ਮੈਂ ਤਾਂ ਹੀ ਬੋਲਣਾ ਕਾ ਮੋਟਾ ਕੰਮ ਨਹੀਂ ਹੈਗਾ। 1947 ਤੋਂ ਬਾਅਦ ਸਭ ਤੋਂ ਵੱਡੀ ਲੜਾਈ ਵਿੱਢੀ ਗਈ ਹੈ ਔਰ ਇਹ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਵੱਡੀ ਲੜਾਈ ਜਿਹੜੀ ਆਪਾਂ ਵਿੱਢੀ ਹੈ ਪੰਜਾਬ ਨੇ ਵਿੱਢੀ ਹੈ। ਹੁਣ ਪੰਜਾਬ ਤੋਂ ਸ਼ੁਰੂ ਹੋ ਕੇ ਇਹ ਲੜਾਈ ਪੂਰੇ ਮੁਲਕ ਦੇ ਵਿੱਚ ਫੈਲ ਗਈ ਹੈ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਮੋਦੀ ਸਾਹਿਬ ਜੇ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਦੇ ਮੇਰੇ ਦੇਸ਼ ਵਿੱਚ ਨਾ ਵੜਿਓ ਮੇਰੀ ਤੁਹਾਡੀ ਬਣਦੀ ਨਹੀਂ। ਜੇ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰੋਗੇ ਜੀ ਸਰ ਬਹਿ ਜਾਓ ਪਹਿਲਾਂ ਮੇਰੇ ਭਰਾ ਸਾਰੇ बहुत खुशी है ਤੁਹਾਡੇ ਇਸ ਕਦਮ ਬਾਰੇ ਸੁਰਜੀਤ ਪਾਤਰ ਨੇ ਲਿਖਿਆ ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਦੀ ਆਇਆ ਨੂੰ ਲਿਖਿਆ ਹੋਇਆ ਸੀ। ਸੋ ਇਸ ਕਦਮ ਕਰਕੇ ਸਮਰਾ ਸਾਹਿਬ ਬੈਠੇ ਆ ਸਾਡੇ ਵੱਡੇ ਵੀਰ ਬਹੁਤ ਸਾਰੇ ਜਥੇਬੰਦੀਆਂ ਇਕੱਠੀਆਂ ਬੈਠੀਆਂ। ਅਸੀਂ ਕਿਉਂ ਇਕੱਠੇ ਬੈਠੇ ਆ ਕਿਉਂਕਿ ਸਾਡਾ ਅੱਜ ਦੁੱਖ ਸਾਂਝਾ ਸਾਡਾ ਦੁਸ਼ਮਣ ਇੱਕ ਤੇ ਇੱਕ ਹੈ ਮੋਦੀ ਸਰਕਾਰ ਜਿਹਨੂੰ ਅਸੀਂ ਖੁਦ ਚੁਣਿਆ ਭਾਵੇਂ ਮੈਂ ਇਹਨੂੰ ਕਦੇ ਵੋਟ ਨਹੀਂ ਪਾਈ ਪਰ ਮੈਜੋਰਟੀ ਨੇ ਵੋਟ ਪਾਈ ਹੈ। ਹੁਣ ਉਹ ਕਹਿੰਦਾ ਭਾਈ ਤੁਸੀਂ ਮੈਨੂੰ ਚੁਣਿਆ ਮੈਂ ਜੋ ਮਰਜ਼ੀ ਕਰੀ ਜਾਵਾਂ ਮੈਨੂੰ ਹੁਣ ਤੁਹਾਡੀ ਕੋਈ ਪਰਵਾਹ ਨਹੀਂ ਮਰੋ ਦਾ ਜੀਵੋ। ਇਸ ਕਰਕੇ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਜੀਂਦੇ ਰਹਿਣਾ ਜਾਂ ਬਹੁਤ ਵਾਰ ਨੂੰ ਤੁਰਨਾ। ਸੋ ਮੋਦੀ ਸਾਹਿਬ ਉਹਨੂੰ ਬੜਾ ਹੰਕਾਰ ਆ ਮੈਂ ਕੁਰਸੀ ਨੂੰ ਲੈਣਾ ਉਹਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਵਾਲੀ ਕੁਰਸੀ ਮੈਂ ਸ਼ਾਇਦ ਨਾਲ ਹੀ ਲੈ ਜਾ ਉੱਤੇ ਹੀ ਲੈ ਜਾ ਜਿੰਨਾ ਚਿਰ ਮੈਨੂੰ ਰੱਬ ਵੱਲੋਂ ਬੁਲਾਵਾ ਨਹੀਂ ਹੁੰਦਾ ਤੇ ਕੁਰਸੀ ਮੇਰੇ ਥੱਲੇ ਰਹਿਣੀ ਹੈ। ਪਰ ਉਹਨੇ ਜਿਹੜਾ ਪੰਜਾਬ ਦੇ ਨਾਲ ਪੰਗਾ ਲਿਆ ਕਿਸਾਨੀ ਦੇ ਨਾਲ ਪੰਗਾ ਲਿਆ ਹੁਣ ਉਹਦੀ ਕੁਰਸੀ ਇਦਾਂ ਹਿਲਦੀ ਪਈ ਹੈ। ਉਹਦੇ ਮੂੰਹ ਦੇ ਵਿੱਚ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਹੈ ਨਾ ਉਹ ਅੱਗੇ ਜੋਗਾ ਰਿਹਾ ਨਾ ਪਿੱਛੇ ਜੋਗਾ ਰਿਹਾ। ਸੋ ਭਰਾਵੋ ਤੁਹਾਡੇ ਏਕੇ ਦੀ ਦੇਣ ਹੈ ਅੱਜ ਲੜਨ ਪਿੰਡ ਦਾ ਸਮਾਂ ਨਹੀਂ ਹੈਗਾ। ਜੇ ਲੜਨਾ ਤੇ ਦਿੱਲੀ ਜਾ ਕੇ ਲੜੋ। ਦੂਜੀ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਵੀਰ ਸਾਡੇ ਦਿੱਲੀ ਜਾਂਦੇ ਆ ਮੈਂ ਆਪਣਾ ਨੰਬਰ ਦਿੱਤਾ ਹੋਇਆ ਉਹਨਾਂ ਨੂੰ ਕਿਸੇ ਨੂੰ ਦੁੱਖ ਤਕਲੀਫ ਹੈ ਮੈਂ ਹਾਜ਼ਰ ਹਾਂ ਮੇਰੇ ਨਾਲ ਮੇਰਾ ਪੂਰਾ ਸੰਗਠਨ ਹਾਜ਼ਰ ਹੈ ਬਲਾਡੋ ਨਿਕਲਾ ਮਹਿਤਪੁਰ। ਅਸੀਂ ਪੰਜਾਬ ਲੈਵਲ ਤੇ ਫੈਸਲਾ ਕੀਤਾ ਜਿਹੜੇ ਦੋਸਤ ਦਿੱਲੀ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਸ਼ਕਲ ਆਉਂਦੀ ਇੱਥੇ ਕੋਈ ਖੇਤ ਦਾ ਕੰਮ ਹੁੰਦਾ ਖਾਦ ਪਾਉਣੀ ਹੈ ਪਾਣੀ ਲਾਉਣਾ ਅਸੀਂ ਹਾਜ਼ਰ ਹਾਂ ਅਸੀਂ ਕਰ ਸਕਦੇ ਹਾਂ। ਦੂਜੀ ਬੇਨਤੀ ਮੈਂ ਕਰਨੀ ਚਾਹੁੰਦਾ ਕਿਉਂਕਿ ਮੈਂ ਇਹਨਾਂ ਦਿਨਾਂ ਦੇ ਵਿੱਚ पूरे जलंधर एरिया नहीं मालवे तक कल बरगाड़ी तक साडा प्रोग्राम सीगा असीं ट्रालियां तोड़नियां आउंदियां जिथे मैसेज आउंदा। सो अपना एरिया जिन्ना दोंदा पिछे सी हुण अगे जा रहा मैं हर रोज 15-20 ट्रालियां इस एरिया तो मूव करदियां देखदा। कोई दोस्त गड्डी लई जांदा कोई ट्राली लई जांदा कोई ट्रक लई जांदा खाण पीण दी कोई समस्या नहीं रही हुण क्योंकि जथेबंदियां जिन्हां सिੱਖਿਆ ਹੁੰਦਾ संघर्ष वही कर सकदियां उन्हां नूं लीड करना पैंदा। ਤੁਸੀਂ ਪਹਿਲੇ ਦਿਨ ਦੇਖਿਆ ਹੋਊਗਾ
ਜਿਹੜੇ ਵੀ ਟ੍ਰੇਡ ਵਰਕਰ ਯੂਨੀਅਨ ਸੀ, ਕਿਸਾਨ ਸਾਥੀ ਸੀ, ਉਹਨਾਂ ਨੇ ਬੈਰੀਕੇਡ ਪੱਟਣ 'ਚ ਮੋਹਰੇ ਸੀ। ਔਰ ਜਿਹੜੀ ਸਾਨੂੰ ਸਰਕਾਰਾਂ ਲੜਾਉਂਦੀਆਂ ਰਹੀਆਂ ਵੀ ਪੰਜਾਬ ਤੇ ਹਰਿਆਣਾ ਦੋ ਹੋ ਗਏ, ਤੁਸੀਂ ਦੇਖਿਆ ਕਿੰਨਾ ਪਿਆਰ ਆ ਸਾਡਾ ਆਪਸ ਵਿੱਚ। ਉਹ ਜਿਵੇਂ ਸਕੇ ਭਰਾ ਮਿਲਦੇ ਸੀ, ਏਦਾਂ ਸਾਨੂੰ ਹਰਿਆਣਾ ਆ ਕੇ ਮਿਲਿਆ, ਏਦਾਂ ਹੀ ਸਾਨੂੰ ਹਿਮਾਚਲ ਆ ਕੇ ਮਿਲਿਆ, ਏਦਾਂ ਹੀ ਰਾਜਸਥਾਨ ਆ ਕੇ ਮਿਲਿਆ, ਕਿਉਂਕਿ ਸਾਡੇ ਹੁਣ ਦੁੱਖ ਸਾਂਝੇ ਆ। ਸੋ ਦੁੱਖ ਦੇ ਵਿੱਚ ਇਕੱਠੇ ਹੋਣਾ ਜ਼ਰੂਰ ਚਾਹੀਦਾ। ਸੋ ਸਾਥੀਓ, ਇਹਦੇ ਬਾਰੇ ਕਿਸੇ ਸ਼ਾਇਰ ਨੇ ਲਿਖਿਆ, ਤੁਰਦੇ ਨੇ ਕੰਡਿਆਂ ਤੇ ਫੁੱਲਾਂ ਦਾ ਖਾਬ ਲੈ ਕੇ, ਮੁੜਦੇ ਨੇ ਉਹ ਦੋਸਤੋ ਸੂਹੇ ਗੁਲਾਬ ਲੈ ਕੇ। ਜੀ ਸੋ ਮੈਂ ਅਗਲੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਕਾਨੂੰਨ ਸਾਡੇ ਤੇ ਲਾਗੂ ਕੀਤਾ ਜਾ ਰਿਹਾ, ਇਹ 1970 ਦੇ ਵਿੱਚ ਯੂਰਪ ਵਿੱਚ ਲਾਗੂ ਕੀਤਾ ਗਿਆ ਸੀ ਔਰ ਯੂਰਪ ਦਾ ਬਿਲਕੁਲ ਫੇਲ ਹੋਇਆ ਕਾਨੂੰਨ ਹੈ। ਜਿਵੇਂ ਆਪਾਂ ਕੋਟ ਆਪਣਾ ਪਾੜ ਕੇ ਸੁੱਟ ਦਈਏ, ਉਹਨੂੰ ਗਰੀਬ ਗੁਰਦਾ ਲੋੜਵੰਦ ਚੱਕ ਲਵੇ, ਇਹ ਉਹ ਚੀਜ਼ ਹੈ। ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿਸਾਨ ਯੂਨੀਅਨ ਮਜ਼ਦੂਰਾਂ ਏਕਤਾ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ 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 ਕਿਸਾਨ ਯੂਨੀਅਨ ਜਿੰਦਾਬਾਦ 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 ਸੋ ਭਰਾਵੋ, ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਮੋਦੀ ਲਾਣਾ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ ਮੋਦੀ ਲਾਣਾ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ ਕਾਲੇ ਕਾਨੂੰਨ ਵਾਪਸ ਲਓ, ਵਾਪਸ ਲਓ ਵਾਪਸ ਲਓ ਮਾੜੇ ਕਾਨੂੰਨ ਵਾਪਸ ਲਓ, ਵਾਪਸ ਲਓ ਵਾਪਸ ਲਓ ਸਾਡਾ ਏਕਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਇਹ ਬੰਦ ਹੋਵੇ, ਕਿਉਂਕਿ ਆਪਾਂ ਮਕਾਣੇ ਆਏ ਹੋਏ ਆ ਮੋਦੀ ਦੇ, ਆਪਾਂ ਤਾਂ ਵਿਆਹ ਖਲਵਾਏ ਆ, ਲੜਾਈ ਬੜੀ ਵਿਆਹ ਹੁੰਦੀ ਸੀ, ਕਿਉਂਕਿ ਮਾੜਾ ਜਿਹਾ ਲੜਦਾ ਕੇ ਨਾ ਉਹ ਲੜਾਈ ਹੁੰਦੀ ਆ। ਇੱਥੇ ਆਪਾਂ ਮੋਦੀ ਦੇ ਮਕਾਣੇ ਆਏ ਆ, ਇਹਨੂੰ ਆਪਾਂ ਮੋਦੀ ਨੂੰ ਚੁੱਕਣਾ ਆ, ਇਸ ਕਰਕੇ ਆਪਾਂ ਲੜਨਾ ਨਹੀਂ ਕਿਸੇ ਨੇ, ਏਕਤਾ ਕਰਨੀ ਆ, ਇਹ ਤਾਂ ਆਪਣੀ ਤਾਂ ਹੋਣੀ ਆ। ਮੈਂ 12 ਦਿਨ ਦਿੱਲੀ ਜਾ ਕੇ ਆਇਆ, ਉੱਥੇ ਧਰਨੇ ਵਿੱਚ, ਉੱਥੇ ਕੋਈ ਵੀ ਘਟਨਾ ਇਹੋ ਜਿਹੀ ਵਾਪਰੀ ਨਹੀਂ ਗਈ। ਜਿੰਨੇ ਕੋਈ ਮੁੰਡੇ ਨੌਜਵਾਨ ਹੈਗੇ ਆ, ਲੜਕੇ ਲੜਕੀਆਂ ਬਜ਼ੁਰਗ ਮਾਤਾ ਸਾਰੇ ਦੇ ਟੁੱਟਾ ਆ, ਕੋਈ ਵੀ ਫਾਲਤੂ ਗੱਲ ਨਹੀਂ ਕਰਦਾ, ਐ ਸਿੱਧੇ ਖੜੇ ਆ। ਆਪਾਂ ਮੋਦੀ ਦੇ ਧੌਣ ਤੇ ਗੋਡਾ ਰੱਖ ਦਿੱਤਾ। ਹੁਣ ਜੇ 9 ਦਿਨ ਨੂੰ ਮੋਦੀ ਨਾ ਮੰਨਿਆ ਤੇ 10 ਦਿਨ ਨੂੰ ਧੌਣ ਦਾ ਮਣਕਾ ਭੰਗਣਾ ਹੀ ਹੋ ਤੇ ਮੋਦੀ ਖਤਮ ਹੋਣਾ ਹੀ ਹੋ। ਬਿਲਕੁਲ ਬਿਲਕੁਲ ਤਿਆਰੀ ਪੂਰੀ ਆ। ਇੱਥੇ ਉੱਥੇ ਦਿੱਲੀ ਦੇ ਵਿੱਚ ਪੂਰੇ ਜਿੰਨੇ ਬਜ਼ੁਰਗ ਨੌਜਵਾਨ ਖੜੇ ਹੋਏ ਆ, ਬਿਲਕੁਲ ਇੱਦਾਂ ਖੜੇ, ਕਈ ਟਾਈਮ ਖੜੇ ਟੱਟ ਕੇ ਖੜੇ ਆ। ਬਸ ਥੋੜੀ ਗੱਲ ਲੰਬੀ ਕਰਨੀ ਨਹੀਂ, ਮੈਂ ਉੱਥੇ 12 ਦਿਨ ਪੂਰਾ ਰਿਹਾ, ਰਾਤ ਦਿਨ ਤੱਕ ਅਗਰ ਰਾਹੀਂ ਕੋਈ ਵੀ ਇੱਦਾਂ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ। ਮੋਦੀ ਚਾਹੁੰਦਾ ਆ ਲੜਾਈ ਪਵੇ ਆਪਣੇ 'ਚ, ਉਹਦੀ ਨੀਤੀ ਇਹ ਹੋਈ ਆ, ਉੱਥੇ ਬੰਦੇ ਭੇਜਦਾ ਕਹਿੰਦਾ, ਧਰਨਿਆਂ ਵਿੱਚ ਬੰਦੇ ਭੇਜ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਪਰ ਆਪਣੇ ਜਿਸੇ ਬੰਦੇ ਆਗੂ ਆ ਉਹ ਸਮਝਾਉਂਦੇ ਆ ਕਿ ਇਹਨਾਂ ਦੀ ਗੱਲ ਨਹੀਂ ਮੰਨਣੀ, ਕਿਤੇ ਨਹੀਂ ਸਮਝਦਾ ਜੇ ਕੰਮ ਕਰਾਉਣਾ ਆਪਾਂ। ਇਸ ਕਰਕੇ ਆਪਣੀ ਹੋਣੀ ਆ, ਇਹ ਪੱਕੀ ਯਕੀਨੀ ਹੈ। ਤੱਕ ਇਕੱਠੇ ਬੈਠੇ ਆਪਾਂ ਸੰਚ ਮੰਝਾ ਬਣਾਇਆ ਆਪਾਂ ਕਾਮਯਾਬ ਆ ਬਣਾਉਣਾ ਤੇ ਨਾ ਛੱਡਿਓ। ਬਸ ਇੰਨੀ ਗੱਲ ਕਹਿਣੀ ਮੈਂ, ਦੋ ਨਾਰੇ ਮਾਰੇ ਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਮੋਦੀ ਅਡਾਨੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਸਾਥੀਓ, ਬੇਨਤੀ ਆ ਕਿ ਆਪਾਂ ਬਹੁਤ ਵੱਡੀ ਲੜਾਈ ਲੜਨ ਜਾ ਰਹੇ ਆ, ਪਰ ਮੈਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਆਪਾਂ ਖੜੇ ਆ ਇਸ ਤਰ੍ਹਾਂ ਲੜਾਈ ਲੜੀ ਜਾਊਗੀ। ਸਾਨੂੰ ਸੇਧ ਲੈਣੀ ਚਾਹੀਦੀ ਆ। ਜੋ ਦਿੱਲੀ ਦੇ ਵਿੱਚ ਸਾਡੇ ਕਿਸਾਨ ਸਾਥੀ ਬੈਠੇ ਨੇ, ਮਜ਼ਦੂਰ ਸਾਥੀ ਬੈਠੇ ਨੇ, ਸਾਡੀਆਂ ਮਾਵਾਂ ਬੈਠੀਆਂ ਨੇ, ਸਾਡੀਆਂ ਭੈਣਾਂ ਉੱਥੇ ਬੈਠੀਆਂ। ਸਾਥੀਓ, ਆਪਾਂ ਨੇ ਸਿਰਫ ਜੋ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਬਹਿਣਾ, ਸਾਥੀਓ ਆਪਾਂ ਨੂੰ ਬਹਿਣਾ ਵੀ ਮੁਸ਼ਕਲ ਹੋਇਆ। ਜਿਹੜੇ ਸਾਥੀ ਇਸ ਧਰਨੇ ਵਿੱਚ ਆਏ, ਸਾਰਿਆਂ ਨੂੰ ਬੇਨਤੀ ਆ ਕਿ ਆਣ ਕੇ ਇੱਥੇ ਬੈਠੋ ਔਰ ਉਹਨਾਂ ਦੇ ਦਿੱਲੀ ਵਾਲੇ ਜੋ ਝਾੜੂ ਸਾਥੀ ਉਹਨਾਂ ਨੂੰ ਸੇਧ ਲਾਓ। ਜੋ ਬੀਬੀਆਂ ਪੂਰਾ ਦਿਨ ਸੇਵਾ ਕਰਦੀਆਂ, ਜਿਹੜੇ ਆਪਣੇ ਵਰਗੇ ਨੌਜਵਾਨ ਸਾਥੀ ਆ ਪੂਰੀ ਰਾਤ ਫਿਕਰੀ ਬਹਿਰੇ ਦਿੰਦੇ ਆ। ਜਿੱਥੇ ਕਿ ਸਰਕਾਰ ਦਾ ਪੂਰਾ ਜ਼ੋਰ ਲੱਗਾ ਪਿਆ ਇਸ ਅੰਦੋਲਨ ਨੂੰ ਖਤਮ ਕਰਨ ਤੇ। ਧੰਨਵਾਦ, ਸ਼ਾਬਾਸ਼ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਨੇ ਰਾਤਾਂ ਨੂੰ ਪਹਿਰੇ ਲਾ ਕੇ ਉੱਥੇ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਫੜਿਆ। ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਊ ਕਿਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਸਰਕਾਰ। ਸੋ ਸਾਥੀਓ, ਆਪਾਂ ਅਜੇ ਦਿੱਲੀ ਜਾ ਕੇ ਸੰਘਰਸ਼ ਲੜਨਾ। ਮੇਰੀ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਜਿੰਨੇ ਵੀ ਇਸ ਧਰਨੇ ਤੇ ਆਏ ਆ, ਸਾਰੇ ਪਲੀਜ਼ ਬਹਿਣ ਦੀ ਕਿਰਪਾਲਤਾ ਕਰੋ ਤਾਂ ਜੋ ਬਹਿ ਕੇ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਸਾਡਾ ਏਕਾ ਵਾ, ਅਸੀਂ ਇਹ ਜੰਗ ਜਿੱਤਣੀ ਆ। ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਇਸ ਧਰਨੇ ਵਿੱਚ ਆਏ ਆ ਉਹ ਬੈਠੇ। ਇੱਧਰ ਪਿੱਛੇ ਨੌਜਵਾਨ ਜੋ ਵੱਡੇ ਕਾਫਲੇ ਲੈ ਕੇ, ਉਹਨਾਂ ਦਾ ਧੰਨਵਾਦ, ਵਿਸ਼ੇਸ਼ ਤੌਰ ਤੇ ਧੰਨਵਾਦ ਆ ਮਹਿਤਪੁਰ ਦੇ ਦੁਕਾਨਦਾਰ ਭਰਾਵਾਂ ਦਾ
ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਕਾਰੋਬਾਰਾਂ ਨੂੰ ਬੰਦ ਕਰਕੇ ਕਿਸਾਨਾਂ ਦੇ ਨਾਲ ਖੜੇ ਆ। ਸੋ ਸਾਥੀਓ, ਸਾਰਿਆਂ ਨੂੰ ਬੇਨਤੀ ਆ ਕਿ ਸਟੇਜ ਦੇ ਪਿੱਛੇ ਕੋਈ ਨਾ ਖੜੇ, ਜਿੰਨੇ ਵੀ ਧਰਨੇ ਤੇ ਆਏ ਆ ਇੱਧਰ ਆਣ ਕੇ ਅੱਗੇ ਖੜਨ। ਨਾਲ ਬੇਨਤੀ ਆ ਕਿਸਾਨ ਦੇ ਬੰਦਿਆਂ ਦਾ ਜੋ ਕੋਈ ਲੀਡਰ ਬੋਲਣਾ ਚਾਹੁੰਦਾ ਉਹ ਸਟੇਜ ਤੇ ਆ ਕੇ ਆਪਣੇ ਨਾਲ ਖਾ ਸਕਦਾ। ਜੇ ਹੋਰ ਵੀ ਕੋਈ ਸਾਥੀ ਕਿਸਾਨੀ ਦੇ ਹੱਕ 'ਚ ਬੋਲਣਾ ਚਾਹੁੰਦਾ ਵੀ ਸਟੇਜ ਤੇ ਆਣ ਕੇ ਆਪਣਾ ਨਾਲ ਖਾਓ। ਸੋ ਸਾਥੀਆਂ ਨੂੰ ਫਿਰ ਦੁਬਾਰਾ ਬੇਨਤੀ ਆ ਕਿ ਸਾਰੇ ਆਣ ਕੇ ਧਰਨੇ 'ਤੇ ਬੈਠੋ ਤਾਂ ਜੋ ਇਸ ਸਟੇਜ ਦੀ ਕਾਰਵਾਈ ਚਲਾਈ ਜਾ ਸਕੇ ਤੇ ਆਪਣਾ ਜੋ ਸੰਪੂਰਨ ਅੱਜ 5 ਦਾ ਸੱਦਾ ਉਹਨੂੰ ਸਫਲ ਬਣਾਇਆ ਜਾ ਸਕੇ, ਤਾਂ ਜੋ ਕਿ ਇਕੱਠ ਕੱਲ ਨੂੰ ਪ੍ਰੈਸ ਦੇ ਵਿੱਚ ਇਹ ਫੋਟੋਆਂ ਵੀ ਜਾਣੀਆਂ। ਆਪਣੇ ਆਇਆਂ ਦਾ ਤਾਂ ਸਫਲ ਆ ਜੇ ਆਪਾਂ ਇੱਥੇ ਬੈਠਾਂਗੇ, ਆਪਣਾ ਇਕੱਠ ਦਿਖੂਗਾ। ਆਪਾਂ ਇਸ ਤਰ੍ਹਾਂ ਨਾ ਕਰੀਏ ਕਿ ਜਿਹੜੇ ਕੋਈ ਮਦਾਰੀ ਲੱਗਾ ਹੁੰਦਾ ਉਹਦੇ ਦੁਆਲੇ ਝੂਠ ਬਣਾ ਕੇ ਬੈਠ ਜਾਂਦੇ। ਸਾਥੀਓ, ਗੱਲਾਂ ਸੋਭਾ ਨਹੀਂ ਦਿੰਦੀਆਂ, ਕਿਉਂਕਿ ਲੜਾਈ ਆਪਣੀ ਬਹੁਤ ਵੱਡੇ ਘਰਾਣੇ ਨਾਲ ਲੜਾਈ ਆ, ਉਸ ਮੋਦੀ ਸਰਕਾਰ ਨਾਲ ਲੜਾਈ ਆ, ਉਸ ਮੋਦੀ ਹਕੂਮਤ ਨਾਲ ਲੜਾਈ ਆ ਜਿਹੜੀ ਕਿ ਐਂਕਰਵਾਦ ਸਰਕਾਰ ਵਾ, ਜਿਹੜੀ ਕਿ ਅਡਾਨੀਆਂ ਦੇ ਬਾਨੀਆਂ ਦੇ ਇਸ਼ਾਰਿਆਂ ਤੇ ਚੱਲਦੀ ਆ। ਜਿੱਥੇ ਆਪਾਂ ਮੋਦੀ ਨੂੰ ਝੁਕਾਉਣਾ ਉੱਥੇ ਨਾਲ ਅਡਾਨੀ ਦੇ ਬਾਨੀ ਨੂੰ ਝੁਕਾਉਣਾ। ਸੋ ਮੇਰੀ ਫਿਰ ਦੁਆਰਾ ਬੇਨਤੀ ਆ ਸਾਰੇ ਸਾਥੀ ਆਣ ਕੇ ਗੱਡੀਆਂ ਤੇ ਬੈਠੋ। ਇਹ ਮਹਿਲਪੁਰ ਦੇ ਵਿੱਚ ਇੰਨਾ ਭਰਮਾ ਇਕੱਠ ਵੇਖ ਕੇ ਵਾਕਿਆ ਦਿਲ ਨੂੰ ਸਕੂਨ ਮਿਲਦਾ ਵਾ, ਕਿਉਂਕਿ ਪੰਜਾਬ ਦਾ ਸੰਘਰਸ਼ ਇਹ ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ, ਇਹ ਪੂਰੇ ਭਾਰਤ ਦਾ ਸੰਘਰਸ਼ ਹੈ। ਮੈਂ ਅਕਸਰ ਵੇਖਦਾ ਕਿ ਇੰਨੀ ਠੰਡ ਵਿੱਚ ਮਜ਼ਦੂਰ ਕਿਸਾਨ ਦਿਨ ਰਾਤ ਦਿੱਲੀ ਦੇ ਵਿੱਚ ਬਹਿ ਕੇ, ਉਹ ਦਿੱਲੀ ਨਹੀਂ ਬੈਠੇ, ਉਹ ਮੋਦੀ ਦੀ ਹਿੱਕ ਤੇ ਬੈਠੇ ਆ। ਮਜ਼ਦੂਰ ਕਿਸਾਨ ਇਸ ਤਰ੍ਹਾਂ ਹੀ ਖੜੇ ਰਹਿਣਗੇ। ਮੈਂ ਸਿਰਫ 2 ਮਿੰਟ ਦਾ ਸਮਾਂ ਲੈਣਾ ਕਿ ਮੋਦੀ ਸਾਹਿਬ ਤੇ ਤੁਸੀਂ ਮਨ ਚੋਂ ਭੁਲੇਖਾ ਕਰ ਦਿਓ। ਅਸੀਂ ਤੁਹਾਡੀ ਕੁਰਸੀਆਂ ਦੀਆਂ ਲੱਤਾਂ ਹਿਲਾਉਣੀਆਂ ਨਹੀਂ, ਅਸੀਂ ਲੱਤਾਂ ਤੋੜਾਂਗੇ। ਇਹ ਕਿਸਾਨ ਹੁਣ ਦਿੱਲੀ ਵੱਲ ਨੂੰ ਕੋਚ ਕਰ ਚੁੱਕੇ ਹੈ। ਉਹ ਸਮਾਂ ਲੱਗ ਗਈ ਹੈ, ਸਿਰਫ 1 ਦਿਨ ਦਾ ਸਮਾਂ ਹੈ ਜਦੋਂ ਆਪਣੇ ਮੋਦੀ ਲੈ ਹੋਏ ਕਾਨੂੰਨ ਨੂੰ ਵਾਪਸ ਲਵੇਗਾ। ਕਿਉਂਕਿ ਸਮੇਂ ਸਿਰ ਜੇ ਪੰਜਾਬ ਦੇ ਉੱਤੇ ਭੀੜ ਪਈ ਹੈ ਤੇ ਪੰਜਾਬੀਆਂ ਨੇ ਅੱਗੇ ਆਣ ਕੇ ਉਹਦਾ ਸਾਹਮਣਾ ਕੀਤਾ ਹੈ। मैं एक लफ्ज और कहना, उस तो बाद खिमा दा जज कहा, सर भरोसे की तमन्ना अब हमारे दिल में है, देखना है जोर कितना बाजुए कातिल है। वाहेगुरु जी का खालसा, वाहेगुरु जी की फतेह। शनिवार ऐतवार ਆਸਟ੍ਰੇਲੀਆ ਦੇ ਰਿਹਾ ਸੀ, ਸਾਡਾ ਵੀ ਮੁੰਡੇ 2 ਆਸਟ੍ਰੇਲੀਆ ਦੇ ਵਿੱਚ ਆ, ਉਹਨਾਂ ਨੇ ਵੀ ਬੜਾ ਉੱਥੇ ਰੋਸ ਜਤਾਇਆ, ਸਰਕਾਰ ਨੂੰ ਦੱਸਿਆ ਵੀ ਸਰਕਾਰੇ ਤੂੰ ਕਿ ਜਿਹੜੇ ਕਾਨੂੰਨ ਆ ਇਹ ਵਾਪਸ ਕਰ ਦੇ। ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਬਣਾਉਣ ਵਿੱਚ ਸਾਡੇ ਲੋਕਾਂ ਦਾ ਵੀ ਬੜਾ ਯੋਗਦਾਨ ਪਾਇਆ। ਉਦੋਂ ਅਸੀਂ ਕਹਿੰਦੇ ਸੀ ਕਿ ਟਰੱਕ ਭਰ ਕੇ ਆ ਜਾਣੇ ਆ, ਬਾਹਰੇ ਮੋਦੀ ਆ ਇਹ ਪੰਜਾਬ ਨੂੰ ਬਰਬਾਦ ਕਰਨ ਦੇ ਚਾਹੁੰਦਾ। ਅੱਜ ਇਹ ਪੰਜਾਬ ਨੂੰ ਬਹੁਤ ਛੋਟਾ ਕਰਨ ਲਈ ਤੁਲਿਆ ਹੋਇਆ। ਜਿਹੜਾ ਪਠਾਨਕੋਟ ਏਰੀਆ ਜਾਂ ਜਿਹੜਾ ਬਠਿੰਡੇ ਦਾ ਏਰੀਆ, ਰਾਜਸਥਾਨ ਨੂੰ ਜਿਹੜਾ ਪਠਾਨਕੋਟ ਦਾ ਏਰੀਆ ਵਾ ਉਹ ਜੰਮੂ ਕਸ਼ਮੀਰ ਨਾਲ ਲਾ ਕੇ ਪੰਜਾਬ ਨੂੰ ਨਿੱਕਾ ਜਿਹਾ ਬਣਾਉਣਾ ਚਾਹੁੰਦਾ, ਇੱਕ ਜ਼ਿਲ੍ਹੇਵਾਰ ਬਣਾਉਣਾ ਚਾਹੁੰਦਾ। ਇਹ ਆਪਾਂ ਨੂੰ ਸੰਘਰਸ਼ ਜਿਹੜਾ ਬੜਾ ਤਗੜੇ ਹੋ ਕੇ ਲੜਨਾ ਪੈਣਾ। ਕਿਸੇ ਨੇ ਪੁੱਛਿਆ ਸੀਗਾ ਵੀ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆ ਉਹ ਪ੍ਰਧਾਨ ਮੰਤਰੀ ਕਿੱਦਾਂ ਬਣਿਆ? ਉਹਨਾਂ ਨੇ ਕਿਹਾ ਵੀ ਉਹ ਬੜਾ ਤਗੜਾ ਪਲੇਅਰ ਆ, ਉਹ ਕੱਪ ਜਿੱਤ ਕੇ ਬਣਿਆ। ਲੇਕਿਨ ਇੰਡੀਆ ਦਾ ਪ੍ਰਧਾਨ ਮੰਤਰੀ ਕਿੱਦਾਂ ਬਣਿਆ? ਕਹਿੰਦਾ ਇਹ ਕੱਪ ਧੋ ਕੇ ਬਣਿਆ, ਇਹ ਚਾਹ ਵਾਲੇ ਕੱਪ ਧੋਦਾ ਰਿਹਾ, ਇਹ ਤਾਂ ਪ੍ਰਧਾਨ ਮੰਤਰੀ ਬਣਿਆ। ਏਡਾ ਨਿਕੰਮਾ, ਏਡਾ ਗੰਦਾ ਪ੍ਰਧਾਨ ਮੰਤਰੀ। मैं परसों देखा जी साडे शंकर ते ट्रालियां भर जांदियां सीगियां ते साडे कोल पत्रकार आ वो वार-वार दिखा रहा सीगा। लेकिन साडे पिंडां विचों मैं कहना आपां सारिआं नूं इत्थे आपां एक फोटोआं खिचा के आपां ना चले जाइए, अपना फर्ज बनदा प्रोग्राम बनाइए, आपां भी दिल्ली नूं घेरा कट्टिए जिद्दां बाकी किसान बैठे आ उसे तरह ਆਪਾਂ ਵੀ ਕਿਸਾਨਾਂ ਦਾ ਸਾਥ ਦਈਏ। ਅੱਜ ਮੌਕਾ ਆਈ, ਅੱਜ ਮੌਕਾ ਜੇ ਆਪਾਂ ਅੱਜ ਖੁੱਸ ਗਏ ਫਿਰ ਆਪਣੀ ਜਿਹੜੀ ਹਾਲਾਤ ਆ
ਉਹ ਬਤਾ ਬਹੁਤ ਮਾੜੀ ਹੋਗੀ। ਅੱਜ ਆਪਣੀ ਜ਼ਮੀਰ ਦੀ ਜਿੱਤ ਹੋਣੀ ਆ। ਇਹ ਜਿੱਤ ਤੁਹਾਡੀ ਤਾਂ ਹੀ ਹੋਣੀ ਆ ਜੇ ਆਪਾਂ ਸਾਰੇ ਰਲ ਕੇ ਆ ਥੋੜੇ ਬਹੁਤੇ ਸ਼ਿਕਵੇ ਜਿਹੜੇ ਸੀਗੇ ਇਹਨੂੰ ਭੁੱਲ ਜਾਈਏ। ਸਰਕਾਰਾਂ ਇੱਥੇ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਵਾ, ਲੇਕਿਨ ਕਿਸਾਨ ਭਰਾਵੋ ਤਗੜੇ ਹੋ ਜਾਓ। ਕੁਝ ਪਾਰਟੀ ਦੀ ਨਹੀਂ ਗੱਲ ਇਹ ਸਾਰੇ ਕਿਸਾਨਾਂ ਦੀ ਗੱਲ ਆ ਜਿਹੜੇ ਸਾਡੇ ਕਿਸਾਨਾਂ ਦੇ ਧਰਨੇ ਦੇ ਉੱਤੇ ਸਰਕਾਰ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਸਾਡੇ ਜਿਵੇਂ ਕਿ ਐਸਐਮਓ ਸਾਡੇ ਡਾਕਟਰ ਰਿਚਰਡ ਹੋਰੀ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਅਸੀਂ ਅੱਜ ਇੱਥੇ ਮਹਿਤਪੁਰ ਬੱਸ ਸਟੈਂਡ ਸਾਰੀ ਟੀਮ ਅਸੀਂ ਆਪਣੀ ਡਾਕਟਰ ਰਾਜਦੀਪ ਨਾਲ ਸਾਡੇ ਮਲਟੀਪਰਪਜ਼ ਹੈਲਥ ਵਰਕਰਸ ਆਪਣੇ ਰਵਿੰਦਰ ਭਾਈ ਸੰਦੀਪ ਸਾਡੇ ਫਾਰਮਾਸਿਸਟ ਹੰਸਰਾਜ ਜੀ ਅਸੀਂ ਸਾਰੇ ਇੱਥੇ ਹੀ ਇਕੱਠੇ ਹੋਏ ਹਾਂ ਤੇ ਜੋ ਵੀ ਸਾਡੇ ਵੱਲੋਂ ਜਿੰਨੀ ਵੀ ਬਣਦੀ ਹੋਊਗੀ ਅਸੀਂ ਜੇ ਕਿਸੇ ਕਿਸਾਨ ਨੂੰ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਇੱਥੇ ਤੇ ਜਾਂ ਕਿਸੇ ਨੂੰ ਸੱਟ ਵਗੈਰਾ ਵੀ ਲੱਗਦੀ ਹੈ ਜਾਂ ਕਿਸੇ ਦਿੱਕਤ ਦੀ ਕੋਈ ਦਰਦ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਮੈਡੀਕਲ ਟੀਮ ਦੁਆਰਾ ਇੱਥੇ ਪ੍ਰੋਵਾਈਡ ਕੀਤੀ ਜਾਊਗੀ। बोल के गए एक कहंदे बिल कहंदे वापस ला लेंगे तो बाकी जेडे बिल आ वो नहीं ते जेडे साडे साथी मीटिंग करन जांदे आ उन्होंने भी मीटिंग दौरान लिखे हुए पेपरों ते लिख लिया यस और नो, हाँ या ना। तिन्ने वापस होणगे तो मुड़ के घर नूं जावांगे, नहीं तो कोई ठंड की परवाह नहीं, उत्थे ही रवांगे। मैं आवाज देनी तिन्ने कानून चकना चोर तुसी आवाज देनी इस तो घट नहीं मंजूर। तिन्ने कानून चकना चोर तिन्ने कानून चकना चोर ते हुण उहने अज अपनी गल दे उत्ते कोरोना दे नाम हेठ मोदी सरकार ने बिना कोई शासन बुलाया संविधान की उल्लंघना करते हुए तिन्ने बिल जड़े आ चुप चपीते पास कर दे। ये तिन्ने बिल नहीं तुसी माई भागो दे वारस हो, तुसी गुलाब कौर दे वारस हो, तुसी उस दशमेश पिता दे वारस हो जिन्होंने अपना परिवार मार दिता, जिन्होंने क्या जुल्म करना ही पाप नहीं जुल्म सहना भी पाप है। तो सचमुच तुसी उस लड़ाई नहीं युद्ध पे असी भी जून महीने तो लगे हुए 7 महीने हो गए सानू तुहानू लग्या नूं। मेरे तो पहले बुलारे बोल के गए कि 13 दिन तो दिल्ली च बैठे, पर दिल्ली तो पहला जरा कुछ वो कर रहे हैं वो जेडे असीं पिंडां दे विच धरने नहीं तो चलो पुतले फूक रहे मोदी दियां अर्थीआं फूकते रहे, असीं ओहदा पिट सियापा करते रहे, वो कित्थे जाण। जेड़ा असीं जागरूक करते रहे लोकां नूं वो कित्थे जाणा। मेरे वीर बोल के गए पहला कि सारियां सरकारां नूं तुसीं जाणदे, तुसीं देखिआ जलियांवाले बाग दा कहंदे ओहदा सुंदरीकरण करना है ते साडे शहीदां दीयां यादां नूं छेड़न दी ਜਿਹੜੀ कोशिश की असीं ओहदा भी विरोध किया। जे साडे इतिहास नाल छेड़न दी कोशिश की असीं ओहदा भी विरोध करते हैं, हुण भी करते हैं, पहला भी करते सी। मुक दी गल आ गई कि ਜਿਹੜਾ सारे देश दा ढिड भरदा ओहदी धौन नूं हत्थ पा ते वही घर आए नूं कोई फिर सुक्का नहीं जाण दिंदा। जे साडे पंजाब दे लोकां दे नाल इहने ਇਹ ਕੁਛ ਕਰਨਾ ਸੀ ਤਾਂ ਫਿਰ ਲੋਕਾਂ ਨੇ ਸੁੱਕਾ ਨਹੀਂ ਸੀ ਜਾਣ ਦੇਣਾ। ਇਹ ਕੱਪ ਧੋਣ ਵਾਲੇ ਨੂੰ ਅਸੀਂ ਕੱਪ ਧੋਣ ਵਾਲੇ ਨੂੰ ਰਾਜਗੱਦੀ ਤੇ ਬਿਠਾ ਦਿੱਤਾ ਆਪਣੇ ਕੁਝ ਸਾਥੀਆਂ ਨਾਲ ਰਲ ਕੇ, ਪਰ ਅਸੀਂ ਇਹਦੀ ਜਿਹੜੀ ਅਸਲੀ ਨੀਤੀ ਸੀ, ਜਿਹੜਾ ਆਰਐਸਐਸ ਦਾ ਅਸਲੀ ਏਜੰਡਾ ਸੀ, ਜਿਹੜਾ ਹਿੰਦੂਵਾਦੀ ਸ਼ਕਤੀਆਂ ਨੂੰ ਲਿਆਉਣ ਵਾਲਾ ਇਹਦਾ ਏਜੰਡਾ ਸੀ, ਜਿਹੜਾ ਸਿੱਖੀ ਦੇ ਇਤਿਹਾਸ ਨੂੰ ਖਤਮ ਕਰਨ ਵਾਲਾ ਏਜੰਡਾ ਸੀ, ਉਹਦੇ ਬਾਰੇ ਅਸੀਂ ਇਹਨੂੰ ਕਦੀ ਜਾਗਰਤ ਨਹੀਂ ਕੀਤਾ। ਅਸੀਂ ਆਪਣੀ ਜਨਤਾ ਨੂੰ ਕਦੀ ਦੱਸਿਆ ਹੀ ਨਹੀਂ ਅਸਲ 'ਚ ਕਰਨਾ ਕੀ ਚਾਹੁੰਦਾ। ਪਰ ਜਦੋਂ ਇਹਨੇ ਸਾਡੀ ਧੌਣ ਨੂੰ ਹੱਥ ਪਾ ਲਿਆ ਤਾਂ ਫਿਰ ਅਸੀਂ ਗਦਰੀ ਬਾਬੇ ਸ਼ਹੀਦ ਸਰਾਭੇ ਦੇ ਵਾਰਸ ਸੀ, ਫਿਰ ਅਸੀਂ ਇਹਨੂੰ ਛੱਡਣਾ ਕਿੱਥੋਂ ਸੀ। ਤੇ ਮੈਂ ਸਲਾਮ ਕਰਦੀ ਉਹਨਾਂ ਭੈਣਾਂ ਨੂੰ, ਉਹਨਾਂ ਵਿੱਚ ਬਹੁਤ ਸਾਰੀਆਂ ਸਾਡੇ ਮੰਚ ਨਾਲ ਜੁੜੀਆਂ ਹੋਈਆਂ ਬੀਬੀਆਂ ਵੀ ਆ ਜਿਨ੍ਹਾਂ ਨੇ ਉਦੋਂ ਤੋਂ ਲੱਗ ਕੇ ਅੱਜ ਤੱਕ ਉਹ ਲੜਾਈ ਛੱਡੀ ਨਹੀਂ।
ਵਿੱਚ ਕੁਝ ਨਾਟਕਾਂ ਟੀਮਾਂ ਚੋਂ ਔਰਤਾਂ ਆ ਜਿਹੜੀਆਂ ਸਾਡੇ ਮੰਚ ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਉਹ ਲੜਾਈ ਛੱਡੀ ਨਹੀਂ ਤੇ ਅਸੀਂ ਵੀ ਇਹ ਲੜਾਈ ਛੱਡਣੀ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੀ, ਜਦੋਂ ਹੜ੍ਹ ਆਇਆ ਸੀ ਆ ਸਾਡੇ ਸੰਗੋਵਾਲ ਵਾਲੇ ਪੁਰ ਦੇ ਲੋਕ, ਮੁੰਡੇ ਵੀ ਕੁੜੀਆਂ ਵੀ ਬੰਦੇ ਵੀ, ਮਾਫ ਕਰਨਾ, ਗੁੱਸਾ ਨਹੀਂ ਕਰਨਾ, ਆਉਂਦੇ ਸੀ ਸੈਲਫੀਆਂ ਖਿਚਾ ਕੇ ਚੱਲ ਜਾਂਦੇ ਸੀ। ਅੱਜ ਇੱਥੋਂ ਤੈਅ ਕਰਕੇ ਜਾਈਓ, ਇਹ ਲੜਾਈ ਉਹ ਉਦਾਂ ਦੀ ਲੜਾਈ ਨਹੀਂ ਹੈਗੀ ਵੀ ਜਾਈਏ ਆਈਏ ਠੀਕ ਠਾਕ ਗਿਆ ਵੀ ਉੱਥੇ ਬਦਾਮਾਂ ਦਾ ਲੰਗਰ ਲੱਗਦਾ, ਉੱਥੇ ਪਿੰਨੀਆਂ ਮਿਲਦੀਆਂ, ਉੱਥੇ ਰੋਟੀ ਮਿਲਦੀ, ਉੱਥੇ ਗੱਦੇ ਮਿਲਦੇ ਖਾਣ ਨੂੰ, ਠੰਡੇ ਬੁਰਜ ਵੀ ਮਿਲ ਸਕਦੇ ਆ, ਗਾਂ ਠੰਡ ਆਉਣ ਵਾਲੀ ਆ, ਸੋਚ ਕੇ ਜਾਣਾ, ਮਨ ਬਣਾ ਕੇ ਜਾਣਾ ਤੇ ਘਰ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਕੇ ਜਾਣੀ। ਇਹ ਨਹੀਂ ਕਹਿਣਾ ਵੀ ਮੈਂ ਪਿੱਛੋਂ ਮੇਰਾ ਆਹ ਕੰਮ ਰੁਕ ਗਿਆ, ਕਿਉਂਕਿ ਜਿਹੜੇ ਆਜ਼ਾਦੀ ਦੇ ਪਰਵਾਨੇ ਹੁੰਦੇ ਉਹ ਗਾਂ ਨੂੰ ਤੁਰਦੇ ਹੁੰਦੇ, ਪਿੱਛੇ ਨਹੀਂ ਮੁੜਦੇ ਹੁੰਦੇ। ਸੈਲਫੀ ਖਿਚਾ ਕੇ, ਫੋਟੋ ਖਿਚਾ ਕੇ ਫੇਸਬੁੱਕ ਤੇ ਪਾ ਕੇ ਇੱਥੇ ਤੱਕ ਗੱਲ ਨਹੀਂ ਮੁੱਕਣੀ। ਬਹੁਤ ਸਾਰੇ ਲੋਕ ਆਪਣੇ ਟੈਲੀਫੋਨਾਂ ਦੇ ਉੱਤੇ ਸਟੇਟਸ ਪਾ ਲੈਂਦੇ ਕਿ ਮੈਂ ਕਿਸਾਨ ਦੇ ਨਾਲ ਆ, ਪਰ ਨਾਲ ਉਹੀ ਆ ਜਿਹੜਾ ਸਾਡੇ ਨਾਲ ਆਣ ਕੇ ਮੁਜ਼ਾਹਰੇ 'ਚ ਧਰਨੇ ਤੇ ਬਹਿੰਦਾ, ਆਪਣੀ ਪਕਾ ਕੇ ਲਿਆਉਂਦਾ ਤੇ ਆਪਣੀ ਖਾਂਦਾ, ਫਿਰ ਪਿੱਛੇ ਦੀ ਝਾਕ ਨਹੀਂ ਕਰਦਾ, ਪਿੱਛੇ ਦਾ ਪ੍ਰਬੰਧ ਕਰਕੇ ਜਾਂਦਾ। ਇਹ ਗੱਲ ਜ਼ਰੂਰ ਸਿੱਖ ਕੇ ਜਾਈਓ ਤੇ ਮੈਂ ਭੈਣਾਂ ਨੂੰ ਵੀ ਕਹਿੰਦੀ ਆ, ਆਪਣੇ ਘਰ ਦੀ ਜ਼ਿੰਮੇਵਾਰੀ ਹੋ ਸਕਦਾ ਜਥੇਬੰਦੀਆਂ ਦੇ ਆਪ ਮੁਹਾਰੇ ਲੋਕ ਬਹੁਤ ਜਾ ਰਹੇ ਆ, ਜਥੇਬੰਦਕ ਤੌਰ ਤੇ ਜੋ ਜਥੇਬੰਦੀ ਦਾ ਐਲਾਨ ਹੋਊਗਾ, ਜਦੋਂ ਤੁਹਾਡੀ ਲੋੜ ਹੋਊਗੀ ਲੰਗਰ ਖਾਣ ਲਈ ਸਾਰੇ ਲੋਕ ਆ ਜਾਣਗੇ, ਪਰ ਜਦੋਂ ਵਰਦੀਆਂ ਡਾਂਗਾ ਹੁੰਦੀਆਂ ਉਦੋਂ ਕੋਈ ਨਹੀਂ ਹੁੰਦਾ। ਤੇ ਜਿਹੜਾ ਵਰਦੀਆਂ ਡਾਂਗਾ 'ਚ ਜਾਣ ਲਈ ਤਿਆਰ ਹੋਊਗਾ ਉਹੀ ਆਪਣੇ ਸਿਰ ਤੇ ਕਫਨ ਬੰਨ ਕੇ ਮੋਦੀ ਦੀ ਮਕਾਨ ਦੇਣ ਨੂੰ ਜਾਈਓ। ਮੈਨੂੰ ਪਤਾ ਅੱਧੇ ਲੋਕ ਤਾਂ ਤੁਰਨ ਲੱਗਿਆ ਹੀ ਜਵਾਬ ਦੇ ਦਿੰਦੇ, ਕਹਿੰਦੇ ਮੈਂ ਫਲਾਨਾ ਕੰਮ ਕਰਿਆ ਵਾਂ, ਪਰ ਜਿਹੜੇ ਆਜ਼ਾਦੀ ਦੇ ਪਰਵਾਨੇ ਹੁੰਦੇ, ਜਿਹੜੇ ਲੜਾਈ ਲੜਨ ਵਾਲੇ ਹੁੰਦੇ ਆ, ਉਹ ਮੁੜਦੇ ਨਹੀਂ, ਉਹ ਅੱਗੇ ਵੱਧਦੇ ਜਾਂਦੇ ਆ। ਇਸ ਕਰਕੇ ਜੇ ਅੱਗੇ ਵਧਣਾ, ਮੈਂ ਬਹੁਤ ਸਾਰੀਆਂ ਗੱਲਾਂ ਕਰ ਸਕਦੀ ਹਾਂ, ਤੁਸੀਂ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਹੋਏ ਬਹੁਤ ਕੁਝ ਦੇਖਦੇ ਆ। ਮੈਂ ਆਪਣੇ ਨਾਅਰੇ 'ਚ ਆਪਣੀ ਗੱਲ ਸਮਾਪਤ ਕਰ ਦਿੱਤੀ ਸੀ, ਇੱਕੋ ਹੀ ਬਿੱਲ ਨੂੰ ਇਹ ਤਿੰਨੇ ਹੀ ਮਾਫ ਹੋਣਗੇ, ਤਿੰਨੇ ਨਹੀਂ, ਇੱਕ ਹੋਰ ਬਿੱਲ ਤੁਹਾਡੇ ਲਈ ਪਰਾਲੀ ਵਾਲਾ ਬਿੱਲ ਲਿਆਤਾ ਆ, 1 ਕਰੋੜ ਰੁਪਈਆ ਵੀ ਕਹਿਤਾ ਆ, ਉਹ ਵੀ ਆ। ਇਹ ਲੜਾਈ ਲੰਬੀ ਆ, ਇਹ ਲੰਬੀ ਰੇਸ ਦੇ ਘੋੜੇ ਬਣਨ ਲਈ ਇੱਕਦਮ ਨਹੀਂ ਦੌੜਨਾ, ਆਪਣੀ ਜਿਹੜੀ ਦੌੜ ਆ ਉਹਨੂੰ ਚਾਲ ਮੁਤਾਬਕ ਦੌੜਨਾ। ਇਹ ਨਹੀਂ ਦੌੜ ਲੱਗੀ ਹੋਈ ਸਾਰਿਆਂ ਦੀ ਹੁਣ ਦਿੱਲੀ ਨੂੰ ਤੇ ਸਾਰੇ ਕਹੀਏ ਵੀ ਅਸੀਂ ਵੀ ਦਿੱਲੀ ਚਲੇ ਜਾਈਏ, ਇਹ ਨਾ ਕਹੀਏ ਵੀ ਮੈਂ ਦਿੱਲੀ ਜਾਣ ਤੋਂ ਰੋਕਦੀ ਨਹੀਂ। ਮੇਰਾ ਸਮਝਾਉਣ ਦਾ ਤੁਹਾਨੂੰ ਇਹ ਹੋਇਆ ਵੀ ਜਾਈਏ ਅਸੀਂ ਸੈਲਫੀ ਖਿਚਾਈਏ ਤੇ ਮੁੜੇ ਆਈਏ, ਇੱਥੇ ਤੱਕ ਲੜਾਈ ਨਹੀਂ ਜਾਣਾ ਆ ਤਾਂ ਫਿਰ ਮਨ ਬਣਾ ਕੇ ਜਾਣਾ। ਜੇ ਮਹੀਨਾ ਲੱਗ ਜਵੇ, 10 ਦਿਨ ਲੱਗ ਜਾਣ, ਜਾਂ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਵੀ ਉੱਥੇ ਰਹਿਣਾ ਪਵੇ ਤਾਂ ਫਿਰ ਰਹਿਣਾ ਆ। ਜਦੋਂ ਤੱਕ ਤੁਹਾਡਾ ਮਨ ਨਹੀਂ ਬਣਨਾ ਉਦੋਂ ਤੱਕ ਉੱਥੇ ਜਾ ਕੇ ਲੰਗਰ ਖਾ ਕੇ ਮੁੜ ਕੇ ਆਉਣ ਦਾ ਕੋਈ ਫਾਇਦਾ ਨਹੀਂ। ਗੁੱਸਾ ਕਰਦੇ ਕਰੀ ਵੀ ਜਾਓ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ, ਪਰ ਸਮਝ ਬਣਾਓ। ਤੇ ਅੱਜ ਆਖਰੀ ਗੱਲ ਜਿਹੜੀ ਮੈਂ ਕਹਿਣੀ ਆ ਕਿ ਅੱਜ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ, ਉਸ ਕਿਸਾਨ ਜਥੇਬੰਦੀਆਂ ਦੇ ਅਸੀਂ ਹਰ ਸੱਦੇ ਤੇ ਪਿਛਲੇ 7 ਮਹੀਨਿਆਂ ਤੋਂ ਵੀ ਤੇ ਅੱਗੇ ਵੀ ਹਰ ਸੱਦੇ ਤੇ ਅਸੀਂ ਉਹਨਾਂ ਦੇ ਨਾਲ ਰਵਾਂਗੇ। ਜੋ ਜਥੇਬੰਦੀਆਂ ਫੈਸਲਾ ਕਰਨਗੀਆਂ ਉਸ ਫੈਸਲੇ ਦੇ ਤਹਿਤ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ, ਜੋ ਵੀ ਫੈਸਲਾ ਉਹ ਕਰਨ। ਤੇ ਅੰਤ ਵਿੱਚ ਮੈਂ ਆਪਣਾ ਇੱਕ ਸਲੋਗਨ ਛੱਡਦੀ ਹੁੰਦੀ ਆ ਕਿ ਔਰਤਾਂ ਦੀ ਜਿਹੜੀ ਜਨਸੰਖਿਆ ਆ ਉਹ ਦੇਸ਼ ਦੇ ਉੱਤੇ ਅੱਧੀ ਆਬਾਦੀ ਆ, ਤੇ ਅੱਧੀ ਆਬਾਦੀ ਦਾ ਮਤਲਬ ਅੱਜ ਇਸ ਧਰਨੇ ਦੇ ਵਿੱਚ ਅੱਧੀਆਂ ਔਰਤਾਂ ਦਾ ਹੋਣਾ ਬਹੁਤ ਜ਼ਰੂਰੀ ਸੀ। ਪਰ ਕਿਉਂਕਿ ਔਰਤਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਨਹੀਂ ਜਾਂਦੀਆਂ, ਇਸ ਕਰਕੇ ਔਰਤਾਂ ਇਸ ਲੜਾਈ ਦੇ ਮੈਦਾਨ ਵਿੱਚ ਪਿੱਛੇ ਆ। ਪਰ ਮੈਂ ਇਹ ਸੁਨੇਹਾ ਮੈਂ ਆਪਣੀਆਂ ਭੈਣਾਂ ਦੇ ਰਾਹੀਂ ਜਿੱਥੇ ਪਿੰਡਾਂ 'ਚ ਜਾ ਕੇ ਦਿੰਦੀ, ਉੱਥੇ ਤੁਹਾਨੂੰ ਵੀ ਦਿੰਦੀ ਆ।
ਲੜਾਈ 'ਚ ਅਸੀਂ ਸਾਰੇ ਇਕੱਠੇ ਹੋ ਕੇ ਲੜੀਏ ਤੇ ਅੰਤ ਵਿੱਚ ਇੱਕ ਸ਼ੇਰ ਦੇ ਨਾਲ ਮਰ ਮਰ ਕੇ ਜੀਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਕਿਸੇ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਸਾਰੇ ਕਾ ਜਿੰਦਾਬਾਦ 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 ਸੋਦੀ ਐਮਐਲਏ ਮੁਰਦਾਬਾਦ 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 ਸੋਦੀ ਐਮਐਲਏ ਮੁਰਦਾਬਾਦ ਮੁਰਦਾਬਾਦ ਗਰਬੋਤੀ ਮੁਰਦਾਬਾਦ ਜਥੇਬੰਦੀਆਂ ਦਾ ਜੋ ਵੀ ਲੜਦੇ ਲੋਕ ਜਿੰਦਾਬਾਦ 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 ਜਿੱਤਾਂਗੇ ਬਈ ਜਿੱਤਾਂਗੇ ਜਿੱਤਾਂਗੇ ਬਈ ਜਿੱਤਾਂਗੇ ਲੱਤੇ ਮੱਖੀ ਬਹਿ ਨਹੀਂ ਦੇਣੀ ਧੌਂਸ ਮੋਦੀ ਦੀ ਰਹਿਣ ਨਹੀਂ ਦੇਣੀ ਲੱਤੇ ਮੱਖੀ ਬਹਿ ਨਹੀਂ ਦੇਣੀ ਤਾਂ ਮੋਦੀ ਦੀ ਰਹਿ ਨਹੀਂ ਦੇਣੀ ਕੁੱਕੀ ਤਿੱਕੀ ਚੱਕ ਦਿਆਂਗੇ ਕੌਣ ਦੇ ਗੋਡਾ ਰੱਖ ਦਿਆਂਗੇ ਕੁੱਕੀ ਤਿੱਕੀ ਚੱਕ ਦਿਆਂਗੇ ਕੌਣ ਦੇ ਗੋਡਾ ਰੱਖ ਦਿਆਂਗੇ ਕੁੱਕੀ ਤਿੱਕੀ ਚੱਕ ਦਿਆਂਗੇ ਕੌਣ ਦੇ ਗੋਡਾ ਰੱਖ ਦਿਆਂਗੇ ਤਖਤ ਬਦਲ ਦੋ ਤਾਜ ਬਦਲ ਦੋ ਮੰਗਣ ਲੱਗੇ ਹੋਏ ਆ ਕਿ ਅਸੀਂ ਇਹ ਫਲਾਣੇ ਨੂੰ ਨਹੀਂ ਬੋਲਣ ਦੇਣਾ ਫਲਾਣੇ ਨੂੰ ਨਹੀਂ ਬੋਲਣ ਦੇਣਾ ਸਾਰੇ ਹੀ ਸਾਡੇ ਲਈ ਸਤਿਕਾਰਯੋਗ ਆ ਜੋ ਘਰੋਂ ਦੂਰੋਂ ਨੇੜਿਓਂ ਚੱਲ ਕੇ ਕੋਈ ਵੀਰ ਚਾਹੇ ਨਕੋਦਰ ਤੋਂ ਆ ਜਾਂਦੇ ਆ ਚਾਹੇ ਕੋਈ ਸਿੱਧਵਾਂ ਵੇਟ ਤੋਂ ਆ ਜਾਂਦੇ ਆ ਚਾਹੇ ਕੋਈ ਲੋਹੀਆਂ ਸਾਈਡ ਤੋਂ ਆ ਜਾਂਦੇ ਆ ਚਾਹੇ ਕੋਈ ਇਧਰੋਂ ਨੂਰਮਹਿਲ ਸਾਈਡ ਤੋਂ ਆ ਜਾਂਦੇ ਆ ਇਸ ਕਿਸਾਨ ਸੰਘਰਸ਼ ਦਾ ਜੋ ਵੀ ਸਾਡੇ ਸਾਥ ਦੇਣ ਲਈ ਇੱਥੇ ਪਹੁੰਚਦੇ ਆ ਤਾਂ ਉਹਨਾਂ ਨੂੰ ਸਾਨੂੰ ਸਿਰ ਝੁਕਾ ਕੇ ਜੀ ਆਇਆਂ ਆਖਣਾ ਚਾਹੀਦਾ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਕੋਈ ਵੀ ਪਾਰਟੀ ਬਾਰੇ ਗੱਲ ਨਹੀਂ ਕਰੂਗਾ ਹਾਂ ਇਹ ਬਿਲਕੁਲ ਗੱਲ ਜਾਇਜ਼ ਆ ਪਾਰਟੀ ਬਾਰੇ ਕਿਸੇ ਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ ਇਹ ਸੰਘਰਸ਼ ਕਿਸਾਨੀ ਮੁੱਦਿਆਂ ਤੇ ਹੈ ਜੋ ਮੋਦੀ ਨੇ 3 ਆਰਡੀਨੈਂਸ ਪਾਸ ਕੀਤੇ ਆ ਉਹਨਾਂ ਦੇ ਅਸੀਂ ਵਿਰੋਧ ਲੜਾਈ ਜਾਰੀ ਕੀਤੀ ਆ ਇਹ ਜਾਰੀ ਪਤਾ ਨਹੀਂ ਕੱਲ ਤੱਕ ਰਹਿੰਦੀ ਆ ਕਿ ਆਉਣ ਵਾਲੇ ਸਮੇਂ ਤੱਕ ਰਹਿੰਦੀ ਆ ਇਸ ਦੇ ਬਾਰੇ ਹਲੇ ਕੋਈ ਪਤਾ ਨਹੀਂ ਉਸ ਦੀ ਧੌਣ ਦੇ ਵਿੱਚ ਕੀਲਾ ਵਾਕਿਆ ਹੀ ਕੋਈ ਸ਼ੱਕ ਨਹੀਂ ਹੈ ਸਾਨੂੰ ਪਤਾ ਆ ਕਿ ਉਹਦੀ ਧੌਣ ਕੀਲਾ ਅੜਿਆ ਹੋਇਆ ਆ ਸਾਨੂੰ ਉਹ ਧੌਣ ਦਾ ਕੀਲਾ ਕੱਢਣ ਨੂੰ ਸਾਨੂੰ ਲੰਬਾ ਸਮਾਂ ਲੜਾਈ ਲੜਨੀ ਪੈਣੀ ਆ ਤੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਸਾਡੀ ਫੇਰ ਇਹ ਲੜਾਈ ਸਿਰੇ ਚੜ੍ਹਨੀ ਆ ਨਾ ਕਿ ਅਸੀਂ ਇੱਕ ਦੂਜੇ ਦੇ ਵਿਰੁੱਧ ਕਿਹੜਾ ਕੱਢਣ ਲੱਗ ਪੈਨੇ ਆ ਇਹ ਸਾਡਾ ਜਿਹੜਾ ਸੰਘਰਸ਼ ਆ ਇਹ ਨਾ ਇਸ ਗੱਲ ਪਰ ਲੈ ਕੇ ਜਾਣਾ ਚਾਹੀਦਾ ਆ ਕਿ ਅਸੀਂ ਆਪਣਿਆਂ ਖਿਲਾਫ ਜਿੰਦਾਬਾਦ ਮੁਰਦਾਬਾਦ ਕਰੀਏ ਬਿਲਕੁਲ ਗਲਤ ਆ ਸਾਡੀ ਇਹ ਲੜਾਈ ਸਿੱਧੀ ਮੋਦੀ ਨਾਲ ਆ ਸੈਂਟਰ ਨਾਲ ਆ ਸਾਡੀਆਂ ਜੋ ਸਾਡਾ ਕੋਈ ਵੀ ਇੱਥੇ ਜੇ ਸਾਨੂੰ ਕੋਈ ਇੱਥੇ ਆ ਕੇ ਬੀਜੇਪੀ ਦਾ ਸਮਰਥਨ ਦਿੰਦਾ ਆ ਕੋਈ ਬੀਜੇਪੀ ਦਾ ਆ ਜਾਂਦਾ ਆ ਵੀਰ ਚੱਲ ਕੇ ਤੇ ਉਸ ਬੀਜੇਪੀ ਨਾਲ ਸਾਡਾ ਹੀ ਸੀਗਾ ਜੇ ਕੋਈ ਚਲੇ ਗਿਆ ਤਾਂ ਕੋਈ ਗੱਲ ਨਹੀਂ ਹੈਗੀ ਉਹ ਭੁੱਲਿਆ ਅੱਜ ਉਹ ਵਾਪਸ ਆ ਰਿਹਾ ਸਾਨੂੰ ਉਹਨੂੰ ਗੱਲ ਨਾਲ ਲਾਉਣਾ ਚਾਹੀਦਾ ਉਹਨੂੰ ਜੀ ਆਇਆਂ ਆਖਣਾ ਚਾਹੀਦਾ ਆ ਇਹ ਨਹੀਂ ਹੈਗਾ ਕਿ ਇਹ ਕਾਂਗਰਸ ਦਾ ਆ ਗਿਆ ਅਕਾਲੀ ਦਲ ਦਾ ਆ ਗਿਆ ਬੀਜੇਪੀ ਦਾ ਆ ਗਿਆ ਝਾੜੂ ਵਾਲਾ ਆ ਗਿਆ ਨਹੀਂ ਸਾਰਿਆਂ ਲਈ ਵੱਧ ਤੋਂ ਵੱਧ ਸਤਿਕਾਰ ਸਾਨੂੰ ਦੇਣਾ ਚਾਹੀਦਾ ਆ ਸਭ ਨੂੰ ਨਾਲ ਬਿਠਾਉਣਾ ਚਾਹੀਦਾ ਆ ਹਾਂ ਅਗਲੀ ਆਪਾਂ ਗੱਲ ਕਰੀਏ ਜੋ ਮੋਦੀ ਕਰ ਰਿਹਾ ਆ ਕਿਸਾਨੀ ਸੰਘਰਸ਼ ਉਸਨੇ ਤਦੇ ਹੀ ਸ਼ੁਰੂ ਕਰਾ ਲਿਆ ਹੈਗਾ ਸਾਨੂੰ ਮਜ਼ਦੂਰਾਂ ਦੀ ਵੀ ਲੋੜ ਆ ਸਾਨੂੰ ਵਪਾਰੀ ਵਰਗ ਦੀ ਵੀ ਲੋੜ ਆ ਸਾਨੂੰ ਆੜ੍ਹਤੀ ਵਰਗ ਦੀ ਵੀ ਲੋੜ ਆ ਸਾਨੂੰ ਕਿਸਾਨਾਂ ਦੀ ਵੀ ਲੋੜ ਆ ਵੱਧ ਤੋਂ ਵੱਧ ਸਾਡਾ ਇਹ ਵੱਡਾ ਕਾਫਲਾ ਹੋ ਕੇ ਨਿਕਲੇ ਦਿੱਲੀ ਵੱਲ ਨੂੰ ਸਾਨੂੰ ਕੂਚ ਕਰਨ ਦੀ ਲੋੜ ਆ ਜਿਹੜੇ ਸਾਡੇ ਉੱਥੇ ਦਿੱਲੀ ਬੈਠੇ ਆ ਕਿਸਾਨ ਗਏ ਹੋਏ ਸਾਨੂੰ ਉਹਨਾਂ ਨੂੰ ਸਜਦਾ ਕਰਨਾ ਚਾਹੀਦਾ ਆ ਛੋਟੇ ਛੋਟੇ ਬੱਚੇ ਗਏ ਆ ਭੈਣਾਂ ਗਈਆਂ ਆ ਵੀਰ ਗਏ ਆ ਬਜ਼ੁਰਗ ਗਏ ਆ ਕੋਈ ਸ਼ੱਕ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਉੱਥੇ ਰਾਤ ਨੂੰ ਸੌਂਦੇ ਹੋਣਗੇ ਕਿਸ ਤਰ੍ਹਾਂ ਪ੍ਰਸ਼ਾਦਾ ਛਕਦੇ ਹੋਣਗੇ ਜੇ ਆਪਾਂ ਗੱਲ ਕਰੀਏ ਕਿ ਸਵੇਰ ਨੂੰ ਬੁਰਸ਼ ਕੀਤੇ ਤੋਂ ਬਿਨਾ ਚਾਹ ਪੀਣੀ ਕਈ ਵੇਲੇ ਲੰਘਦੀ ਨਹੀਂ ਉਹ ਕਿਸ ਤਰ੍ਹਾਂ ਉੱਥੇ ਸੌਂਦੇ ਹੋਣਗੇ ਕਿਸ ਤਰ੍ਹਾਂ ਉਹਨਾਂ ਨੂੰ ਪਾਣੀ ਦੀ ਵਿਵਸਥਾ ਹੋਊਗੀ ਕਿਸ ਤਰ੍ਹਾਂ ਉਹ ਬਾਥਰੂਮ ਜਾਂਦੇ ਹੋਣਗੇ ਬਿਲਕੁਲ ਕੁਝ ਨਹੀਂ ਹੈ ਉੱਥੇ ਖੁੱਲੇ ਆਮ ਹੈ ਖੇਤਾਂ 'ਚ ਤੁਰੇ ਫਿਰਦੇ ਆ ਵਿਚਾਰੇ ਕਿਹਦੇ ਲਈ ਕਰਦੇ ਆ ਉਹ ਆਪਣੇ ਲਈ ਕਰ ਰਹੇ ਆ ਆਪਾਂ ਤੇ ਇੱਥੇ ਹੋਰ ਹੀ ਲੜਾਈਆਂ ਵੱਢ ਕੇ ਬਹਿ ਗਏ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਲੜਾਈ ਲੜਨੀ ਚਾਹੀਦੀ ਆ ਮੋਦੀ ਦੇ ਖਿਲਾਫ ਉਹ ਅਡਾਨੀਆਂ ਦਾ ਅੰਬਾਨੀਆਂ ਦਾ ਉਹ ਇੱਕ ਕਰਿੰਦਾ ਆ ਉਹ ਉਹਨਾਂ ਦੇ ਹਿੱਤ 'ਚ ਫੈਸਲੇ ਦੇਈ ਜਾ ਰਿਹਾ ਹੈ ਅਸੀਂ ਤਾਂ ਇੱਥੇ ਆਪਣੀਆਂ ਲੜਾਈਆਂ ਸ਼ੁਰੂ ਕਰਕੇ ਬਹਿ ਗਏ ਆ ਮੇਰੀ ਖਾਸ ਕਰਕੇ ਸਭ ਵਰਗਾਂ ਨੂੰ ਬੇਨਤੀ ਆ ਕਿ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਆਪਾਂ ਇੱਥੇ ਚੰਗੀ ਸੋਚਣਾ ਆਉਣਾ ਆ ਸਾਰਿਆਂ ਨੇ ਜੇ ਮੈਂ ਗਲਤ ਬੋਲਾਂ ਤਾਂ ਮੈਨੂੰ ਸਾਈਡ ਤੇ ਕਰਕੇ ਸਮਝਾ ਦੇਣਾ ਚਾਹੀਦਾ ਕਿ ਹਾਂਜੀ ਤੁਸੀਂ ਇੱਥੇ ਕੋਈ ਸ਼ਬਦ ਗਲਤ ਢੁਕਦੇ ਨਹੀਂ ਸੀਗੇ ਗਲਤ ਬੋਲਿਆ ਤਾਂ ਮੈਨੂੰ ਮੈਂ ਉਸ ਨੂੰ ਜ਼ਰੂਰ ਮਹਿਸੂਸ ਕਰੂੰਗਾ ਮੋਦੀ ਨਾਲ ਲੜਾਈ ਸਾਨੂੰ ਬੜੀ ਤਕੜੀ ਜੰਗੀ ਪੱਧਰ ਤੇ ਤਰੀਕੇ ਨਾਲ ਲੜਨੀ ਪੈਣੀ ਹੈ ਉੱਥੇ ਬਾਕੀ ਵੀਰ ਬੋਲੇ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਵਜਨ ਸੀ ਉਹ ਕਹਿ ਰਿਹਾ ਸੀਗਾ ਕਿ ਉੱਥੇ ਸਾਨੂੰ ਟਰੈਕਟਰ ਟਰਾਲੀਆਂ ਵੱਧ ਲੋੜ ਆ ਹਾਂ ਆਪਾਂ ਨੂੰ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਚਾਹੀਦਾ ਹੈ ਜੇ ਅਸੀਂ ਜਾ ਨਹੀਂ ਸਕਦੇ ਤੇ ਜਿਹੜੇ ਵੀਰ ਉੱਥੇ ਗਏ ਹੋਏ ਆ ਕਿਸੇ ਦੇ ਖੇਤ ਨੂੰ ਪਾਣੀ ਲੱਗਣ ਵਾਲਾ ਆ ਕਿਸੇ ਦੇ ਖਾਦ ਪਾਉਣ ਵਾਲੀ ਆ ਕਿਸੇ ਕਿਸਮ ਦੀ ਉਹਨਾਂ ਦੇ ਘਰ ਦੇ ਵਿੱਚ ਜ਼ਰੂਰਤ ਆ ਤੇ ਸਾਨੂੰ ਉਸ ਭੈਣਾ ਭਰਾਵਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਜਿਹੜੇ ਅਸੀਂ ਇੱਥੇ ਬੈਠੇ ਆ ਨਾ ਕਿ ਅਸੀਂ ਇੱਥੇ ਕਿੰਤੂ ਪ੍ਰੰਤੂ ਕਰੀਏ ਕਿ ਮੇਰਾ ਗਵਾਂਢੀ ਅਕਾਲੀ ਆ ਤੇ ਮੇਰਾ ਗਵਾਂਢੀ ਕਾਂਗਰਸੀ ਆ ਨਹੀਂ
ਸਾਨੂੰ ਇਹ ਲੜਾਈ ਖਤਮ ਕਰਕੇ ਸਾਨੂੰ ਇੱਕ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕੁੱਦਣਾ ਚਾਹੀਦਾ ਆ ਔਰ ਬਹੁਤ ਚੰਗੀ ਤਰ੍ਹਾਂ ਸਾਡੇ ਗਏ ਹੋਏ ਲੋਕਾਂ ਦਾ ਸਾਥ ਦੇਣਾ ਚਾਹੀਦਾ ਆ। ਮੇਰੇ ਨਾਲੋਂ ਪਹਿਲਾਂ ਵੀ ਬਹੁਤ ਸੀਨੀਅਰ ਬੁਲਾਰੇ ਬੋਲ ਕੇ ਗਏ ਆ, ਹੁਣ ਵੀ ਬੋਲਣਗੇ। ਮੈਂ ਆਪ ਸਭ ਨੂੰ ਜੀ ਆਇਆਂ ਆਖਦਾ। ਸਾਨੂੰ ਸਭ ਨੂੰ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਆ। ਜਿਹੜੇ ਅੱਜ ਘਰਾਂ ਵਿੱਚ ਬੈਠੇ ਆ ਉਹਨਾਂ ਨੂੰ ਜਾ ਕੇ ਵੀ ਸਾਨੂੰ ਸੁਨੇਹਾ ਦੇਣਾ ਚਾਹੀਦਾ ਆ। ਜੇ ਘਰ ਦੇ ਵਿੱਚੋਂ ਇੱਕ ਮੈਂਬਰ ਵੀ ਆਪਾਂ ਚਲੇ ਜਾਈਏ ਉੱਥੇ ਤੇ ਬਹੁਤ ਵੱਡਾ ਯੋਗਦਾਨ ਸਾਨੂੰ ਇਸ ਸੰਘਰਸ਼ ਦੇ ਵਿੱਚ ਪਾਇਆ ਜਾ ਸਕਦਾ ਹੈਗਾ। ਮੈਂ ਇੰਨਾ ਕੁਝ ਕਹਿੰਦਾ ਹੋਇਆ ਆਪ ਸਭ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ। ਮੈਂ ਹੁਣ ਬੇਨਤੀ ਕਰਦਾ ਕਿ ਜਿਹੜੇ ਵੀਰ ਬਿਨਾਂ ਮਤਲਬ ਤੋਂ ਛੋਟੀ ਛੋਟੀ ਗੱਲ ਤੋਂ ਕੋਈ ਟਸਲਬਾਜ਼ੀਆਂ ਕਰਦੇ ਆ, ਦੇਖੋ ਕਿੱਡਾ ਵੱਡਾ ਪੂਰੇ ਭਾਰਤ ਦੇ ਵਿੱਚ ਮਸਲਾ ਇਹ ਚੱਲ ਰਿਹਾ। ਕਿੰਨਾ ਸੰਘਰਸ਼, ਕਿੱਡਾ ਜ਼ਬਰਦਸਤ ਸੰਘਰਸ਼ ਜਿਹੜਾ ਦਿੱਲੀ ਦੇ ਵਿੱਚ ਚੱਲ ਰਿਹਾ। ਕਿਸਾਨ ਵੀਰ, ਬਜ਼ੁਰਗ, ਬੀਬੀਆਂ, ਬਜ਼ੁਰਗ ਬਾਪੂ 80-80 ਸਾਲ ਦੇ ਛੋਟੇ ਛੋਟੇ ਬੱਚੇ ਉੱਥੇ ਲੜਾਈ ਲੜ ਰਹੇ ਆ ਤੇ ਆਪਾਂ ਇੱਕ ਇੱਥੇ ਬਹੁਤ ਹੀ ਛੋਟੀ ਜੀ ਗੱਲ ਕਰ ਦਿੱਤੀ ਆ। ਠੀਕ ਆ, ਕਿਸਾਨ ਜਥੇਬੰਦੀਆਂ ਨੇ ਕੋਈ ਉੱਥੇ ਦਿੱਲੀ ਦੀ ਜਿਹੜੀ ਕੋਈ ਸਟੇਜ ਲਈ ਕੋਈ ਫੈਸਲਾ ਕੀਤਾ, ਉਹ ਆਪਾਂ ਨੂੰ ਇੱਥੇ ਮਹੱਲਿਆਂ ਦੇ ਵਿੱਚ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਆਪਾਂ ਉਹਨੂੰ ਲਾਗੂ ਨਹੀਂ ਕਰ ਸਕਦੇ। ਇੱਥੇ ਆਪਾਂ ਨੂੰ ਹਰ ਇਨਸਾਨ ਦੀ, ਕਿਸਾਨ ਨੂੰ ਮਜ਼ਦੂਰ ਦੀ ਤੇ ਮਜ਼ਦੂਰ ਨੂੰ ਕਿਸਾਨ ਦੀ, ਹਰ ਇੱਕ ਨੂੰ ਆਪਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਆ। ਆਪਣਾ ਨਹੀਂ ਇੱਕ ਦੂਜੇ ਤੋਂ ਬਿਨਾਂ ਸਰ ਸਕਦਾ। ਕੋਈ ਵੱਡੇ ਜਿਹੜੇ ਕੋਈ ਸੈਂਟਰ ਲੈਵਲ ਦੇ ਫੈਸਲੇ ਆ ਜਾਂ ਕੋਈ ਉਹਨਾਂ ਦੇ ਕਿਸਾਨਾਂ ਦੇ ਫੈਸਲੇ, ਉਹ ਆਪਾਂ ਇੱਥੇ ਥੋੜੀ ਲਾਗੂ ਕਰਾਂਗੇ। ਇੱਥੇ ਦਾ ਆਪਾਂ ਜਦੋਂ ਇਹ ਸੰਘਰਸ਼ ਖਤਮ ਹੋ ਜਾਂਦਾ, ਆਪਾਂ ਆਪਣੇ ਹੱਕ 'ਚ ਫੈਸਲਾ ਹੋ ਜਾਂਦਾ, ਫਿਰ ਵੀ ਆਪਾਂ ਇਸੇ ਤਰ੍ਹਾਂ ਹੀ ਇੱਥੇ ਇਕੱਠਿਆਂ ਨੇ ਆਪਾਂ ਰਹਿਣਾ। ਰੋਜ਼ ਆਪਾਂ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ। ਇੱਕ ਆਪਣਾ ਸ਼ਹਿਰ ਆ, ਸੋ ਆਪਾਂ ਨੂੰ ਇਦਾਂ ਦੀਆਂ ਛੋਟੀਆਂ ਆਪਾਂ ਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਆਪਾਂ ਬੈਠੇ ਆ, ਬੇਸ਼ੱਕ ਕੋਈ ਇੱਥੇ ਕਿਸੇ ਵੀ ਪਾਰਟੀ ਦਾ ਬੰਦਾ ਆ ਜਾਵੇ, ਇੱਥੇ ਬੋਲ ਸਕਦਾ ਤੇ ਅਸੀਂ ਉਹਦੇ ਵਿਚਾਰ ਸੁਣਾਂਗੇ, ਚਾਹੇ ਉਹ ਅਕਾਲੀਆਂ ਦਾ ਆ ਜਾਵੇ, ਆਮ ਆਦਮੀ ਦਾ ਆ ਜਾਵੇ, ਕਾਂਗਰਸ ਦਾ, ਕੋਈ ਆ ਜਾਵੇ। ਅਸੀਂ ਉਹਨੂੰ ਜਿੰਨੇ ਬੈਠੇ ਆ, ਅਸੀਂ ਉਹਨੂੰ ਜੀ ਆਇਆਂ ਕਹਿਣ ਨੂੰ ਤਿਆਰ ਆ, ਅਸੀਂ ਉਹਨੂੰ ਸੁਣਨ ਨੂੰ ਤਿਆਰ ਆ। ਇੱਕ ਮੈਂ ਬੇਨਤੀ ਕਰਦਾ ਕਿ 5-7 ਮਿੰਟ ਵਿੱਚ ਸਾਡੇ ਹਲਕੇ ਦੀ ਆਨ ਤੇ ਸ਼ਾਨ ਸਾਡੇ ਐਮਐਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਪਹੁੰਚ ਰਹੇ ਆ। ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਆਪਣੇ ਬੱਚੇ ਵੀਰ ਖੜੇ ਆ, ਉਹ ਪਲੀਜ਼ ਬੈਠ ਜਾਓ ਥੋੜੇ ਸਮੇਂ ਲਈ। ਆਪਾਂ ਹਾਂਜੀ, ਮੈਂ ਬੇਨਤੀ ਕਰਦਾ ਕਿ ਸੋਹ ਸਾਹਿਬ ਵੀ, ਜਿੰਨੇ ਸਾਡੇ ਪੁਰਾਣੇ ਸਾਡੇ ਲੀਡਰ ਆ, ਉਹ ਵੀ ਲਾਗੇ ਆ ਜਾਓ ਸਟੇਜ ਦੇ ਆ ਕੇ। ਉਹਨਾਂ ਜਿਹੜੀਆਂ ਜਥੇਬੰਦੀਆਂ ਅੱਗੇ ਹੋ ਕੇ ਕੰਮ ਕਰ ਰਹੀਆਂ, ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਨੀ ਆ। ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੀ ਪਿੱਠ ਦੇ ਉੱਤੇ ਪੂਰੀ ਚਾਲ ਨਾਲ ਖੜੀ ਆ ਤੇ ਸਾਨੂੰ ਕਿਸੇ ਨੂੰ ਡੋਲਣਾ ਨਹੀਂ ਚਾਹੀਦਾ। ਅਸੀਂ ਆਪਣੇ ਹੱਕਾਂ ਦੀ ਖਾਤਰ ਸਾਡੇ ਇਸ ਹਲਕੇ ਦੇ ਐਮਐਲਏ ਸਾਹਿਬ, ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਮਿਹਨਤ ਕਰਾਂਗੇ। ਗੱਲ ਜਿਹੜੀ ਹੁਣ ਵੀ ਵਾਪਰੀ ਆ ਉਹਦੇ ਬਾਰੇ ਗੱਲ ਕਰਦੇ ਆ। ਸੁਬਾਹ ਜਿਸ ਵੇਲੇ ਅਸੀਂ ਇਕੱਠੇ ਹੋਏ, ਮੈਨੂੰ ਆਵਾਜ਼ ਮਾਰੀ, ਮੈਨੂੰ ਕਹਿੰਦੇ ਵੀ ਇੱਥੇ ਸਾਰੇ ਬੋਲਣਗੇ। ਮੈਂ ਕਿਹਾ ਵੀ ਜਦੋਂ ਸਾਰੀ ਜਥੇਬੰਦੀਆਂ ਨੇ ਆਉਣਾ ਤਾਂ ਬੋਲਣੇ ਆ, ਕਿਉਂਕਿ ਕੋਈ ਗੱਲ ਜਿਹੜੀ ਆ ਉਹ ਕਈ ਵਾਰੀ ਅਗਲਾ ਬਾਅਦ। ਮੈਂ ਇਹਨਾਂ ਨੂੰ ਤੁਰਨਾ ਸਾਹਿਬ ਨੂੰ ਕਿਹਾ, ਮੈਂ ਰਮੇਸ਼ ਲਾਲ ਜੀ ਤੇ ਹਰਦੇਵ ਆਪਣੇ ਦਲਜੀਤ ਕਾਲੋਂ, ਉਹਨਾਂ ਨੂੰ ਮੈਂ ਕਿਹਾ ਵੀ ਜਾ ਕੇ ਉਹਨਾਂ ਨਾਲ ਗੱਲ ਕਰ ਲਓ। ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਉਦੋਂ ਕਿਹਾ ਵੀ ਗੱਲ ਤਾਂ ਕਿਸਾਨੀ ਦੀ ਆ, ਵੀ ਜਿਹੜਾ ਵੀ ਕੋਈ ਇੱਥੇ ਲੀਡਰ ਬੋਲੇਗਾ। ਅੱਜ ਅਸੀਂ ਮਾਣਨਾ ਇੱਥੇ ਬੈਠੇ ਆ ਤਾਂ ਅਸੀਂ ਮਾਣਨਾ ਇਹ ਗੱਲ ਕਹਿੰਦੇ ਆ ਵੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਾਡੇ ਐਮਐਲਏ ਜੀ ਉਹ ਬੋਲਣਗੇ ਤੇ ਉਹ ਅਗਵਾਈ ਕਰ ਰਹੇ ਆ। ਪਰ ਉੱਥੇ ਅਸੀਂ ਇੱਕ ਗੱਲ ਕਹਿ ਦਿੱਤੀ ਵੀ ਜਿੰਨੇ ਵੀ ਆਉਣੇ ਆ ਸਾਰੇ ਕਿਸਾਨੀ ਦੇ ਹੱਕ 'ਚ ਬੋਲਣੇ ਆ, ਸਾਰੇ ਕਿਸਾਨੀ ਦੀ ਗੱਲ ਕਰਨੀ ਆ। ਪਰ ਉਹ ਹੁਣ ਗੱਲ ਹੈਗੀ ਮਾਨਸਿਕਤਾ ਦੀ, ਕਿਉਂਕਿ ਲੜਾਈ ਐਡੀ ਵੱਡੀ ਹੋਵੇ। ਜਿੰਦਾਬਾਦ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸੋ ਮੈਂ ਹੁਣ ਬੇਨਤੀ ਕਰਾਂਗਾ
ਐਮਐਲਏ ਸਾਹਿਬ, ਕਿਸਾਨ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਪਤਾ ਹੈ ਕਿ ਜਿਹੜਾ ਦਿੱਲੀ ਵਿੱਚ ਮੋਰਚਾ ਲੱਗਾ ਹੋਇਆ ਹੈ, ਮੇਰੀਆਂ ਉੱਥੇ ਮਾਤਾ ਭੈਣਾਂ ਬੱਚੇ ਵੀਰ ਮੇਰੀ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਸਤਿਕਾਰ ਨਮਸਕਾਰ ਬਾਰ-ਬਾਰ ਨਮਸਕਾਰ ਹੈ ਭਾਈ, ਜਿਨ੍ਹਾਂ ਨੇ ਇੰਨੇ ਮੋਰਚੇ ਨੂੰ ਤਗੜੇ ਹੋ ਕੇ ਆਪਣੀ ਠੰਡ ਦੇ ਵਿੱਚ ਇਸ ਮੋਰਚੇ ਨੂੰ ਚੱਕਿਆ ਹੋਇਆ, ਉਹਨਾਂ ਨੂੰ ਬਾਰ-ਬਾਰ ਨਮਸਕਾਰ ਹੈ ਭਾਈ। 5-6 ਮਹੀਨਿਆਂ ਤੋਂ ਇਹ ਕਿਸਾਨ ਯੂਨੀਅਨ ਦਾ ਮੋਰਚਾ ਜਿਹੜਾ ਹੈ ਕੋਈ ਲੱਗਾ ਹੈ। ਸਭ ਨੂੰ ਹੀ ਪਤਾ ਹੈ ਮੇਰੇ ਵੀਰ, ਬੜੇ ਦਸਤਾਰ ਦੇ ਨਾਲ ਦੱਸ ਕੇ ਜਾਂਦੇ ਹਨ, ਸਭ ਨੂੰ ਪਤਾ ਹੈ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਇਸ ਦੇ ਬਰਖਲਾਫ ਹੈ, ਬੱਚਾ ਬਰਖਲਾਫ। ਭਾਈ ਇਹ ਪਤਾ ਨਹੀਂ ਮੋਦੀ ਕੀ ਸੋਚ ਰਿਹਾ ਹੈ ਇਸ ਗੱਲ ਨੂੰ, ਬੱਚਾ ਇਸ ਦੇ ਬਰਖਲਾਫ ਹੈ ਭਾਈ। ਆਪਾਂ ਸਾਰੇ ਕਿਸਾਨ ਵੀਰਾਂ ਦੀ ਮਜ਼ਦੂਰਾਂ ਦੀ ਸਾਰਿਆਂ ਦੀ ਇੱਕ ਮੈਂ ਬੇਨਤੀ ਕਰਦਾ ਹਾਂ ਕਿ 5-6 ਮਹੀਨਿਆਂ ਜਿਹੜਾ ਸਿਲੈਕਸ਼ਨ ਹੋ ਰਿਹਾ ਹੈ, ਕਿਤੇ ਟੂਲ ਟੈਕਸ ਤੇ ਕਿਤੇ ਵੀ ਹੋ ਰਿਹਾ ਹੈ, ਜਿਹੜੇ ਮੇਰੇ ਵੀਰ ਨੇ ਕਿਤੇ ਟੂਲ ਟੈਕਸ ਤੇ ਜਾਂ ਕਿਤੇ ਵੀ ਕੋਈ ਟੈਲੀਫੋਨ ਹਿੱਸਾ ਨਹੀਂ ਪਾਇਆ ਜਾਂ 2 ਮਿੰਟ ਕਿਤੇ ਚੌਗੜਾ ਨਹੀਂ ਲਾਇਆ ਕਿ ਸਮਝੋ ਆਪਣੇ ਪੰਜਾਬ ਦੇ ਨਾਲ ਪਿਆਰ ਹੈ, ਉਹ ਇਹ ਤਾਂ ਸਮਝ ਰਹੇ ਕਿ ਮੇਰਾ ਪੰਜਾਬ ਦੇ ਨਾਲ ਪਿਆਰ ਹੈ ਕਿ ਨਹੀਂ ਹੈ। ਜਿਹਨਾਂ 2 ਮਿੰਟ ਜਾਂ ਟੈਲੀਫੋਨ ਵੀ ਕਿਤੇ ਹਿੱਸਾ ਵੀ ਨਹੀਂ ਪਾਇਆ ਲੰਗਰਾਂ ਦੇ ਵਿੱਚ ਜਾਂ 2 ਮਿੰਟ ਚੌਗੜਾ ਨਹੀਂ ਲਾਇਆ, ਉਹਦਾ ਆਪਣੇ ਪੰਜਾਬ ਦੇ ਨਾਲ ਪਿਆਰ ਨਹੀਂ ਹੈ। ਦੂਜੀ ਬੇਨਤੀ ਹੈ, ਉਹਦਾ ਆਪਣੇ ਬੱਚਿਆਂ ਨਾਲ ਵੀ ਪਿਆਰ ਨਹੀਂ। ਸਾਰੀਆਂ ਹੀ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਮੰਨਦੇ ਹੋਏ ਅੱਜ ਮਹਿਤਪੁਰ ਬਲਾਕ ਦੇ ਤੁਸੀਂ ਸਾਰੇ ਸੂਝਵਾਨ ਕਿਸਾਨ ਭਰਾ, ਮੇਰੇ ਬਜ਼ੁਰਗ ਨੌਜਵਾਨ ਵੀਰ, ਮੇਰੀਆਂ ਮਾਤਾਵਾਂ ਤੇ ਮੇਰੀਆਂ ਭੈਣਾਂ, ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦੇ, ਸਾਰਿਆਂ ਨੂੰ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਰਲੀਮੈਂਟ ਪਾਸ ਕੀਤੇ ਗਏ, ਮੁੜ ਕੇ ਰਾਸ਼ਟਰਪਤੀ ਸਾਹਿਬ ਦੀ ਮੋਹਰ ਲਾਈ ਗਈ। ਉਸੇ ਦਿਨ ਤੋਂ ਜਦੋਂ ਬਿੱਲਾਂ ਨੂੰ ਘੋਖਿਆ ਗਿਆ, ਪੜ੍ਹਿਆ ਗਿਆ, ਸਮਝਿਆ ਗਿਆ ਤੇ ਸਾਰੇ ਪੰਜਾਬ 'ਚ ਜਿਹੜੀ ਇਹ ਮੂਵਮੈਂਟ ਸ਼ੁਰੂ ਹੋਈ, ਸਾਰੀਆਂ ਜਥੇਬੰਦੀਆਂ ਨੇ ਸੜਕਾਂ ਤੇ ਉਤਰ ਕੇ ਰੇਲਵੇ ਰੋਕੀਆਂ ਔਰ ਵੱਖ-ਵੱਖ ਰੋਸ ਪ੍ਰਦਰਸ਼ਨ ਕੀਤੇ ਗਏ। ਆਪਾਂ ਵੀ ਸਮੇਂ-ਸਮੇਂ ਚਾਹੇ ਟਰੈਕਟਰਾਂ ਦੇ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾਂ ਕਿਸ ਤਰ੍ਹਾਂ ਵੀ ਆਪਾਂ ਉਹਨੂੰ ਪ੍ਰੋਟੈਸਟ ਕੀਤਾ, ਕਾਲੇ ਝੰਡੇ ਲਾ ਕੇ ਕੀਤਾ ਵੀ ਅਸੀਂ ਇਸ ਕਾਨੂੰਨ ਦੇ ਖਿਲਾਫ ਹੈ। ਤੇ ਅੱਜ ਮੇਰਾ ਖਿਆਲ ਕਰੀਬ 2.5 ਮਹੀਨੇ ਹੋ ਗਏ ਦਿੱਲੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ, ਔਰ ਉਸ ਤੋਂ ਬਾਅਦ 2 ਮਹੀਨੇ ਇੱਥੇ ਪ੍ਰੋਟੈਸਟ ਕਰਨ ਤੋਂ ਬਾਅਦ ਸਰਕਾਰਾਂ ਨਾਲ ਵੀ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਕੈਪਟਨ ਅਮਰਿੰਦਰ ਸਿੰਘ ਜੀ ਦੀ ਨਾਲ ਬੈਠ ਕੇ ਉਹਨਾਂ ਨੇ ਵਿਚਾਰ ਮਸ਼ਵਰੇ ਕੀਤੇ, ਔਰ ਜਦੋਂ ਦਿੱਲੀ ਵਾਲਿਆਂ ਨੇ ਕੋਈ ਨਿਆਂ ਨਹੀਂ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਜਦੋਂ ਦਿੱਲੀ ਕੂਚ ਕੀਤਾ ਉਹਦੇ ਵਿੱਚ ਸਾਰਿਆਂ ਨੇ ਸਹਿਯੋਗ ਦਿੱਤਾ। ਉੱਥੇ ਇਹ ਨਹੀਂ ਵੇਖਿਆ ਵੀ ਇਹ ਕਿਸ ਪਾਰਟੀ ਦਾ ਨੁਮਾਇੰਦਾ, ਕਿਸ ਪਾਰਟੀ ਦਾ ਵਰਕਰ ਆ। ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਪੰਜਾਬ ਦੀ ਗੱਲ ਕੀਤੀ, ਆਪਣੇ ਪੰਜਾਬ ਦੇ ਆਉਣ ਵਾਲੇ ਭਵਿੱਖ ਦੀ ਗੱਲ ਕੀਤੀ, ਆਪਣੇ ਨੌਜਵਾਨਾਂ ਦੀ ਗੱਲ ਕੀਤੀ ਵੀ ਅਸੀਂ ਕੀ ਆਪਣੇ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ 'ਚ ਸੁਨੇਹਾ ਦੇ ਕੇ ਜਾਣਾ। ਸੋ ਖੱਟੜ ਸਰਕਾਰ ਦੀਆਂ ਰੋਕਾਂ ਨੂੰ ਤੋੜਦੇ ਹੋਏ ਬੜੀ ਉਹਨਾਂ ਨੇ ਮਾੜੀ ਸੋਚਣਾ, ਜੋ ਪ੍ਰੋਗਰਾਮ ਲਿਖਿਆ ਸੀ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਕੁੰਡਲੀ ਬਾਰਡਰ ਜਾਂ ਜਿਹੜੇ ਵੀ ਬਾਰਡਰਾਂ ਤੇ ਜਾਂ ਯੂਪੀ ਵਾਲੇ ਸਾਰੇ ਜਾ ਕੇ ਪਾਸੇ ਜਦੋਂ ਕਿਸਾਨ ਮਜ਼ਦੂਰ ਸਾਰੇ ਬੈਠ ਕੇ, ਵਪਾਰੀ ਬੈਠ ਕੇ, ਤੇ ਅੱਜ ਮੇਰਾ ਖਿਆਲ 12 ਦਿਨ ਦੇ ਕਰੀਬ ਉੱਥੇ ਹੋ ਗਿਆ। ਸੋ ਉਹਦੇ ਨਾਲ ਅਜੇ ਵੀ ਕਾਫੀ ਮੀਟਿੰਗਾਂ 12-13 ਦਿਨ ਦੇ ਵਿੱਚ ਦਿੱਲੀ ਸਰਕਾਰ ਨਾਲ ਜਥੇਬੰਦੀਆਂ ਦੀਆਂ ਹੋਈਆਂ, ਤੇ ਉਹਦੇ ਵਿੱਚ ਅਜੇ ਉਹਨਾਂ ਨੇ ਇੱਥੇ ਤੱਕ ਤਾਂ ਮੰਨ ਲਿਆ ਵੀ ਇਹਦੇ ਵਿੱਚ ਅਸੀਂ 90% ਸੋਧ ਕਰ ਦਿੰਦੇ ਹਾਂ, ਗਲਤੀਆਂ ਹੈਗੀਆਂ, ਪਰ ਉਹਨੂੰ ਅਜੇ ਰੱਦ ਕਰਨ ਵਾਲੀ ਗੱਲ ਨਾਲ ਪਾਸੇ ਨਹੀਂ ਵੱਧ ਰਹੇ। ਤੇ ਸੋ ਸਾਡੇ ਸਾਰਿਆਂ ਦਾ ਇਹੋ ਹੀ
ਸੁਨੇਹਾ ਸੈਂਟਰ ਸਰਕਾਰ ਨੂੰ ਵੀ ਇਹਨੂੰ ਅਸੀਂ ਰੱਦ ਕਰਕੇ ਹੀ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਆ ਇਹਨੂੰ ਅਸੀਂ ਰੱਦ ਕਰਕੇ ਹੀ ਸਾਹ ਲਵਾਂਗੇ। ਸੋ ਅੱਜ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬੋਲਿਆ, ਮੈਂ ਬੜਾ ਉਹ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਵੇਰੇ ਪਹਿਲਾਂ ਮੈਂ ਆਪਣੇ ਪਿੰਡ ਦੇ ਵਿੱਚ ਬਹੁਤ ਵੱਡਾ ਅਸੀਂ ਸਾਰੇ ਇਲਾਕੇ ਦੇ ਲੋਕ ਉੱਧਰ ਇਕੱਠੇ ਹੋਏ, ਉੱਥੇ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਇਕੱਠੀ ਹੋਈ, ਅਸੀਂ ਉੱਥੇ ਪਹਿਲਾਂ ਬੈਠੇ। ਉਸ ਤੋਂ ਬਾਅਦ ਮੈਂ ਲੋਹੀਆਂ ਮੇਰੇ ਸਾਰੇ ਵਪਾਰ ਮੰਡਲ ਦੇ ਔਰ ਸਾਰੇ ਉੱਧਰਲੇ ਸਾਥੀਆਂ ਨੇ ਲੋਹੀਆਂ ਆਪਣਾ ਰੋਸ ਜ਼ਾਹਰ ਕੀਤਾ, ਉੱਥੇ ਜਾ ਕੇ ਆਇਆ ਫਿਰ ਦੁੱਗਲ ਪਿੰਡੀ ਪੁਲ ਤੇ ਉਹਨਾਂ ਨੇ ਸਾਰੇ ਉੱਧਰਲੇ ਪਿੰਡ ਵਾਲਿਆਂ ਨੇ ਉੱਥੇ ਰੱਖਿਆ ਸੀ ਦਾਰਿਆ। ਉਸ ਤੋਂ ਬਾਅਦ 2 ਵਜੇ ਦਾ ਟਾਈਮ ਤੁਹਾਨੂੰ ਮਹਿਲਪੁਰ ਦਿੱਤਾ ਸੀ, ਪਰ ਮੈਨੂੰ ਅਫਸੋਸ ਹੈ ਨਾਲ ਕਹਿਣਾ ਪੈ ਰਿਹਾ ਇਹ ਲੜਾਈ ਸਾਡੀ ਕੋਈ ਹੋਰ ਆ ਤਾਂ ਅਸੀਂ ਲੜਾਈ ਕਿਸੇ ਹੋਰ ਪਾਸੇ ਨੂੰ ਲੜਦੇ ਆ। ਜਦੋਂ ਵੋਟਾਂ ਦੀ ਵੀਰੋ ਗੱਲ ਹੋਊ ਉਦੋਂ ਵੋਟਾਂ ਦੀ ਕਰ ਲਾਂਗੇ। ਅੱਜ ਤਾਂ ਸਾਡੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਮਸਲਾ, ਅੱਜ ਕੋਈ ਵੋਟਾਂ ਦੀ ਗੱਲ ਨਹੀਂ, ਅੱਜ ਮੈਂ ਕੋਈ ਵੋਟਾਂ ਮੰਗਣ ਨਹੀਂ ਆਉਣਾ ਸੀ, ਅੱਜ ਤਾਂ ਮੈਂ ਆਪਣੇ ਪਰਿਵਾਰਾਂ ਦੀ ਰੋਜੀ ਦੀ ਗੱਲ ਕਰਨ ਆਉਣੀ ਸੀ। ਸੋ ਦੁੱਖ ਨਾ ਕਹਿਣਾ ਪੈਂਦਾ ਜਦੋਂ ਕਿਸੇ ਮੂਵਮੈਂਟ ਦੇ ਵਿੱਚ ਮਾੜੇ ਅਨਸਰ ਆ ਜਾਣ ਤੇ ਮੂਵਮੈਂਟਾਂ ਨੂੰ ਢਾਹ ਲੱਗਦੀ ਆ। ਕੱਲੀ ਚੌਧਰ ਦੀ ਗੱਲ ਨਹੀਂ, ਅੱਜ ਮੈਨੂੰ ਭਾਵੇਂ ਉੱਥੇ ਬੋਲਣ ਨਾ ਦਿੰਦੇ ਤੇ ਮੈਨੂੰ ਕੋਈ ਅਫਸੋਸ ਨਹੀਂ ਹੋਣਾ ਸੀ, ਪਰ ਅਫਸੋਸ ਇਹ ਆ ਵੀ ਉਹ ਇੱਥੇ ਆ ਕਿਉਂ ਰਿਹਾ। ਬਦਕਿਸਮਤੀ ਆ ਸਾਡੀ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਮੈਂ ਉਹਨਾਂ ਲੀਡਰਾਂ ਚੋਂ ਨਹੀਂ, ਮੈਨੂੰ ਪਹਿਲਾਂ ਕਿਸਾਨ ਦਾ ਪੁੱਤ ਆ, ਮੈਨੂੰ ਕਿਸਾਨੀ ਪਿਆਰੀ ਆ, ਮੈਂ ਅੱਜ ਵੀ 400 ਕਿੱਲੇ ਦੀ 450 ਕਿੱਲੇ ਦੀ ਖੇਤੀ ਕਰਦਾ। ਸੋ ਇਸ ਕਰਕੇ ਮੈਂ ਕੋਈ ਭਿਖਾਰੀ ਨਹੀਂ ਜਾਂ ਮੈਂ ਮੰਗ ਕੇ ਰੋਟੀ ਖਾਣਾ। ਮੈਂ ਕਿਸਾਨ ਦੀ ਜੇ ਗੱਲ ਨਹੀਂ ਕਰੂੰਗਾ, ਕਿਸਾਨ ਦੀ ਮੂਵਮੈਂਟ ਦੇ ਵਿੱਚ ਯੋਗਦਾਨ ਨਹੀਂ ਪਾਉਂਗਾ ਤਾਂ ਮੈਂ ਕਤਾਈ ਕਰੂੰਗਾ ਆਪਣੇ ਪਰਿਵਾਰਾਂ ਨਾਲ। ਸੋ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਸਾਰਿਆਂ ਭਰਾਵਾਂ ਨੂੰ ਵੀ ਅੱਜ ਗੱਲ ਅਸੀਂ ਜਿਹੜੀ ਮੂਵਮੈਂਟ ਆ, ਮੈਂ ਸਵੇਰੇ ਰਾਜੇਵਾਲ ਸਾਹਿਬ ਦੀ ਸਵੇਰੇ ਚਾਹ ਪੀਂਦਿਆਂ 22 ਮਿੰਟ ਉਹਨਾਂ ਦੀ ਮੈਂ ਫੇਸਬੁੱਕ ਤੇ ਜਿਹੜਾ ਕੱਲ ਦਾ ਉਹਨਾਂ ਨੇ ਸੁਨੇਹਾ ਦਿੱਤਾ ਉਹਨੂੰ ਸੁਣਿਆ ਤੇ ਵਾਕਿਆ ਮੈਨੂੰ ਉਹਦੇ ਚੋਂ ਅੱਜ ਕੁਝ ਦਿਖ ਰਿਹਾ ਵੀ ਉਹ ਝਲਕ ਜੋ ਰਾਜੇਵਾਲ ਸਾਹਿਬ ਸੁਨੇਹਾ ਦੇ ਰਹੇ ਸੀ ਉਹ ਝਲਕ ਵਾਕਿਆ ਹੀ ਸਹੀ ਦੇ ਰਹੇ ਸੀ। ਕਿ ਕੀ ਦਿੱਤਾ ਉਹਨਾਂ ਨੇ? ਉਹ ਕਹਿੰਦੇ ਅਸੀਂ ਰਾਤ ਨੂੰ ਜਾਗ ਕੇ ਕੱਟਣ ਦੇ ਆ ਵੀ ਸਾਡੇ ਵਿੱਚ ਮਾੜੇ ਅਨਸਰ ਆ ਗਏ, ਸਾਡੀ ਇਸ ਮੂਵਮੈਂਟ ਨੂੰ ਜੇ ਢਾਹ ਲਾਤਾ ਅਸੀਂ ਆਪਣੇ ਬੱਚਿਆਂ ਨੂੰ ਜਵਾਬ ਕੀ ਦੇਵਾਂਗੇ, ਅਸੀਂ ਆਪਣੇ ਪੰਜਾਬ ਨੂੰ ਮੂੰਹ ਕਿਹੜਾ ਲੈ ਕੇ ਜਾਵਾਂਗੇ। ਸੋ ਅੱਜ ਇੱਥੇ ਏਜੰਸੀਆਂ ਸਾਡੇ ਵਿੱਚ ਵੜੀਆਂ ਹੋਈਆਂ, ਸਾਨੂੰ ਸਾਡੀ ਮੂਵਮੈਂਟ ਨੂੰ ਢਾਹ ਲਾਉਣਾ ਚਾਹੁੰਦੀਆਂ। ਮੈਂ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਸੁਨੇਹਾ ਦਿੰਦਾ, ਇੱਥੇ ਗਾਣੇ ਨਾ ਵਜਾਓ, ਲੱਛਰ ਗਾਣੇ ਨਹੀਂ ਆਪਾਂ ਸੁਣਾਉਣ ਆਏ, ਆਪਾਂ ਆਪਣਾ ਦੁੱਖ ਰੋਣ ਆਏ ਆ। ਆਪਾਂ ਇੱਥੇ ਕੁਝ ਲੈ ਕੇ ਜਾਣਾ, ਆਪਾਂ ਇੱਥੇ ਕੁਝ ਖਵਾ ਕੇ ਨਹੀਂ ਜਾਣਾ। ਉਹਨਾਂ ਨੇ ਹਰ ਤਰ੍ਹਾਂ ਨਾਲ ਸੁਨੇਹਾ ਦਿੱਤਾ। 22 ਮਿੰਟ ਦੀ ਉਹਨਾਂ ਦੀ ਸਪੀਚ ਆ ਕੱਲ ਦੀ ਦੁਪਹਿਰ ਦੀ। ਸੋ ਇਸ ਕਰਕੇ ਵੀਰੋ ਆਪਾਂ ਨੂੰ ਲੋੜ ਆ, ਜੇ ਅਸੀਂ ਅੱਜ ਨਾ ਸਮਝੇ ਤਾਂ ਅਸੀਂ ਕਦੀ ਨਹੀਂ ਸਮਝ ਪਾਵਾਂਗੇ। ਸੋ ਇਸ ਕਰਕੇ ਇਹ ਜਿਹੜੀ ਦੁੱਖ ਹੈ ਸਾਰਿਆਂ ਦਾ ਸਾਂਝਾ ਦੁੱਖ ਆ। ਜਿਹੜੀ ਦਿੱਲੀ ਸਰਕਾਰ ਆ, ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਉਹਨੇ ਜੋ ਸਾਡੇ ਪੰਜਾਬ ਨਾਲ ਕੀਤਾ, ਉਹਦੀ ਜਿਹੜੀ ਪੰਜਾਬ 'ਚੋਂ ਇੱਕ ਲਹਿਰ ਉੱਠੀ, ਉਹ ਲਹਿਰ ਦੇ ਨਾਲ ਅੱਜ ਸਾਰਾ ਦੇਸ਼ ਜਾਗਿਆ ਹੋਇਆ ਵਾ। ਅੱਜ ਉਹ ਸਾਰਾ ਦੇਸ਼ ਜਿਹੜਾ ਉਹਨਾਂ ਦੇ ਸਾਰੇ ਪਾਸੇ, ਕਿਉਂਕਿ ਪਹਿਲਾਂ ਕੱਲਾ ਉੱਠਦਾ ਸੀ, ਜਦੋਂ ਪੰਜਾਬ 'ਚੋਂ ਕੋਈ ਮੂਵਮੈਂਟ ਚੱਲੀ ਆ ਉਹ ਕੁਛ ਨਾ ਕੁਛ ਹਾਸਲ ਕਰਕੇ ਹਟੀ ਆ। ਸੋ ਇਸ ਕਰਕੇ ਇਸ ਮੂਵਮੈਂਟ ਨੂੰ ਢਾਹ ਲਾਉਣ ਲਈ ਕਦੀ ਸਾਨੂੰ ਉਗਰਵਾਦੀ ਕਿਹਾ ਜਾਂਦਾ, ਕਦੀ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ। ਮੈਨੂੰ ਦੱਸੋ ਅਸੀਂ ਆ ਸਾਰੇ ਵਰਗਾਂ ਦੇ ਲੋਕ ਇੱਥੇ ਆ, ਇੱਥੇ ਕੋਈ ਖਾਲਿਸਤਾਨ ਦੀ ਗੱਲ ਹੈਗੀ ਆ, ਇੱਥੇ ਕੋਈ ਅੱਤਵਾਦ ਦੀ ਗੱਲ ਹੈਗੀ ਆ, ਇੱਥੇ ਕੋਈ ਨਸ਼ੇੜੀਪੁਣੇ ਦੀ ਗੱਲ ਹੈਗੀ ਆ। ਹਰ ਤਰ੍ਹਾਂ ਨਾਲ ਸਾਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅੱਜ ਮੇਰੇ ਸਾਰਾ ਪਰਿਵਾਰ ਸੀ, ਮੇਰੇ ਕੱਲ ਆਇਆ ਮੇਰਾ ਚਾਚਾ ਜੀ ਦਾ ਬੇਟਾ ਜਿਹੜਾ ਚੇਅਰਮੈਨ ਹੈ ਸ਼ੂਗਰ ਮਿਲ ਚ ਨਕੋਦਰ, ਉਹ ਅੱਜ 8 ਦਿਨ ਲਾ ਕੇ 7 ਦਿਨ ਤੇ ਮੈਨੂੰ ਦੱਸ ਰਹੇ, ਰਾਤੀ ਮੈਂ ਪੁੱਛ ਰਿਹਾ ਸੀ, ਸਾਰੇ ਪਰਿਵਾਰ ਦੇ ਮੈਂਬਰ ਆਏ ਸੀ, ਮੈਂ ਕਿਹਾ ਕੀ ਉੱਥੇ ਚਾਹੀਦਾ, ਕੀ ਕੀਤਾ ਤੁਸੀਂ ਉਹਨੇ ਦਿਨਾਂ 'ਚ। ਔਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਉੱਥੇ ਕਿਸੇ ਗੱਲ ਦੀ ਕਮੀ ਨਹੀਂ, ਸੱਚੇ ਪਾਤਸ਼ਾਹ ਦੀ ਕਿਰਪਾ, ਅਸੀਂ ਉਸ ਗੁਰੂ ਦੇ ਪਰਿਵਾਰ, ਉਹ ਗੁਰੂ ਦੀ ਕਿਰਪਾ ਵਾ ਸਾਡੇ ਤੇ, ਅਸੀਂ ਉਸ ਗੁਰੂ ਦੇ ਵਾਰਿਸ ਆ ਜਿਨ੍ਹਾਂ ਨੇ ਸਦਾ ਹੀ ਸਰਬੱਸ ਸਾਰਾ ਕੁਝ ਕੌਮਾਂ ਲਈ ਆਪਣਾ ਆਪ ਬਲੀਦਾਨ ਦਿੱਤਾ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿਉਂ ਹੋਏ? ਇਹ ਉਸ ਕੌਮ ਦੇ ਅਸੀਂ ਵਾਰਿਸ ਆ। ਸੋ ਇਸ ਕਰਕੇ ਉਹ ਕਹਿੰਦੇ ਅਸੀਂ ਜਿਹਨੂੰ ਸਮਾਨ ਦੇਣ ਜਾਂਦੇ ਸੀ ਉਹ ਕਹਿੰਦੇ ਖਾਲਸਾ ਜੀ ਅੱਗੇ ਚੱਲ ਜਾਓ, ਸਾਡੇ ਕੋਲ ਵਾਧੂ ਆ।
ਸਾਡੇ ਕੋਲ ਸਗੋਂ 100 ਕੁਇੰਟਲ ਦਾ ਆਟਾ ਪਿਆ ਹੈ, ਚੱਕ ਕੇ ਸਗੋਂ ਅੱਗੇ ਭੇਜ ਦਿਓ। ਸੋ ਇਹੋ ਜਿਹੀ ਸੋਚ ਇੱਥੋਂ ਮੈਨੂੰ ਕਿਸੇ ਸਿੰਘਾਂ ਨੇ ਸਾਡੇ ਜਲੰਧਰ ਪੋਟੇਟੋ ਗਰੋਵਰ ਐਸੋਸੀਏਸ਼ਨ ਨੂੰ ਗੁਪਤ ਦਾਨ 10 ਟਨ ਚਾਵਲ ਦਿੱਤੇ ਬਾਸਮਤੀ ਦੇ। ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਉਹ ਅਸੀਂ ਉੱਥੇ ਭੇਜੇ, ਮੈਂ ਕਿਹਾ ਵੰਡੋ ਸਾਰਿਆਂ ਨੂੰ। ਸਾਨੂੰ ਮੈਂ ਕਾਦੀਆਂ ਸਾਹਿਬ ਨੂੰ ਪੁੱਛਿਆ, ਹਰਮੀਤ ਨੂੰ, ਪ੍ਰਧਾਨ ਜਿਹੜੇ ਕਾਦੀਆਂ ਗਰੁੱਪ ਦੇ ਆ, ਮੈਂ ਕਿਹਾ ਜੀ ਦੱਸੋ ਕੀ ਚਾਹੀਦਾ। ਮੇਰੀ ਫੋਨ ਤੇ ਗੱਲ ਹੋਈ, ਮੈਨੂੰ ਕਹਿੰਦੇ ਸਾਡੇ ਕੋਲ ਬਹੁਤ ਰਾਸ਼ਨ ਵਾਧੂ, ਕਿਸੇ ਚੀਜ਼ ਦੀ ਕਮੀ ਨਹੀਂ, ਵਾਧੂ ਸਮਾਨ ਆ ਰਿਹਾ, ਸਾਨੂੰ ਚਾਹੀਦੀ ਆਟੋਮੈਕਸ ਤੇ ਕਛੂਆ ਸਾਹਿਬ ਭੇਜ ਦਿਓ, ਮੱਛਰ ਬਹੁਤ ਆ। ਮੈਂ ਭੇਜੀ ਟਰਾਲੀ ਭਰ ਕੇ ਇੱਥੋਂ। ਉਸ ਤੋਂ ਇਲਾਵਾ ਮੈਂ ਕਿਹਾ ਹੋਰ ਸਮੇਂ ਦੱਸੋ ਜਿਹੜੀ ਚੀਜ਼ ਸਹੀ ਚਾਹੀਦੀ ਹੈ ਉਹ ਤੁਹਾਨੂੰ ਭੇਜਾਂ। ਅੱਜ ਸਵੇਰੇ ਮੈਂ ਰਾਜੇਵਾਲ ਸਾਹਿਬ ਨੂੰ ਮਿਲਾਇਆ ਫੋਨ, ਕਿਉਂਕਿ ਮੇਰੇ ਫਾਦਰ ਇਨ ਲਾ ਦੇ ਭਰਾ ਬਣੇ ਆ, ਮੇਰੇ ਨਾਲ ਉਹਨਾਂ ਦੇ ਪਰਿਵਾਰਕ ਰਿਸ਼ਤਾ। ਮੈਂ ਅੱਜ ਲਾਇਆ, ਉਹਨਾਂ ਨਾਲ ਮੇਰੀ ਗੱਲ ਨਹੀਂ ਹੋ ਪਈ। ਮੈਂ ਕਿਹਾ ਸੀ ਮੈਂ ਉਹਨਾਂ ਨੂੰ ਪੁੱਛਾਂ ਵੀ ਮੈਂ ਤੁਹਾਨੂੰ ਕੀ ਭੇਜ ਸਕਾਂ। ਸੋ ਭੇਜਣਾ ਤੇ ਮੈਂ ਤੁਹਾਡੇ ਸਹਿਯੋਗ ਨਾਲ ਸਾਰਿਆਂ ਦੇ, ਕਿ ਉਸ ਮੂਵਮੈਂਟ ਨੂੰ ਅਸੀਂ ਢਾਹ ਨਹੀਂ ਲੱਗਣ ਦੇਣਾ ਚਾਹੁੰਦੇ। ਅੱਜ ਜੇ ਅਸੀਂ ਉਸ ਮੂਵਮੈਂਟ ਦਾ ਹਿੱਸਾ ਵਾਂ, ਅੱਜ ਆਪਾਂ ਰੋਸ ਪ੍ਰਦਰਸ਼ਨ ਉਹਨਾਂ ਦੇ ਸੁਨੇਹੇ ਤੇ ਕਰ ਰਹੇ ਆ। ਪੰਜਾਬ ਬੰਦ ਦੀ ਜਾਂ ਦੇਸ਼ ਬੰਦ ਦੀ ਗੱਲ ਆਈ, ਇਹ ਉਹਨਾਂ ਦੇ ਸੁਨੇਹੇ ਤੇ ਆ, ਆਪਾਂ ਉਹਨਾਂ ਦੀ ਸੁਨੇਹਾ ਦਿੱਤਾ ਹੋਇਆ ਉਹਨੂੰ ਫੁੱਲ ਚੜਾ ਰਹੇ ਆ। ਸੋ ਇਸ ਕਰਕੇ ਅੱਜ ਆਪਾਂ ਜਿਸ ਤਰ੍ਹਾਂ ਪੰਮੇ ਨੇ ਕਿਹਾ, ਉਹ ਫਰੰਟ ਲਾਈਨ ਤੇ ਉਹ ਲੜ ਰਹੇ ਆ, ਬੈਕ ਫੁੱਟ ਤੇ ਅਸੀਂ ਲੜ ਰਹੇ ਆ, ਪਰ ਆਪਾਂ ਨੂੰ ਵੀ ਫਰੰਟ ਲਾਈਨ ਤੇ ਨਿਕਲਣ ਦੀ ਲੋੜ ਪਊਗੀ ਜੇ ਕੱਲ ਨੂੰ ਉਹ ਦਿੱਲੀ ਵਾਲੇ ਨਾ ਬਾਜ ਆਏ। ਸੋ ਮੈਂ ਰਣਨੀਤੀ ਬਣਾ ਰਿਹਾ ਵੀ ਅਸੀਂ 10 15 ਪਿੰਡਾਂ ਦੇ ਗਰੁੱਪ ਬਣਾਵਾਂਗੇ। ਉਹਦੇ ਨਾਲ ਅਸੀਂ ਤੇ ਸਾਡੇ 234 ਪਿੰਡ ਆ, ਤੇ ਸਾਨੂੰ ਜੇ ਇੱਕ ਪਿੰਡ ਨੂੰ ਅਸੀਂ ਕਹਾਂਗੇ 3 ਦਿਨ ਰਹਿ ਕੇ ਆ, ਉੱਥੇ 10-12 ਪਿੰਡਾਂ ਦੇ ਜਦੋਂ ਬੰਦੇ 15 ਦੇ ਗਏ, 400-500 ਦਾ ਜਥਾ ਗਿਆ, ਤੇ ਉਹਨੂੰ ਕਹਾਂਗੇ ਤੁਸੀਂ 3 ਦਿਨ ਰਹਿਣਾ। ਉਸ ਤੋਂ ਬਾਅਦ ਫਿਰ 15 ਪਿੰਡ ਅਗਲੇ 3 ਦਿਨਾਂ ਬਾਅਦ ਭੇਜ ਦਿਆਂਗੇ। ਉਹਨੂੰ ਕਹਾਂਗੇ ਤੁਸੀਂ 3 ਦਿਨ ਰਹਿਣਾ। ਉਸ ਤੋਂ ਬਾਅਦ ਫਿਰ 15 ਪਿੰਡ ਭੇਜ ਦਿਆਂਗੇ। ਮੇਰਾ ਖਿਆਲ ਤੁਹਾਡੀ 40 ਕੁ ਦਿਨ ਬਾਅਦ ਵਾਰੀ ਆਉਣੀ, 40-50 ਦਿਨ ਬਾਅਦ, ਤੇ ਤੁਰੇ ਰਹਾਂਗੇ ਜਿੰਨਾ ਚਿਰ ਉੱਥੇ ਨਾ ਸਾਨੂੰ ਇਨਸਾਫ ਮਿਲਿਆ। ਔਰ ਇਸ ਲੜਾਈ ਨੂੰ ਪੂਰਾ ਵਧੀਆ ਢੰਗ ਨਾਲ ਲੜ ਕੇ ਆਪਾਂ ਇਹ ਚੋਂ ਕਾਮਯਾਬ ਹੋ ਕੇ ਨਿਕਲਾਂਗੇ। ਮੈਨੂੰ ਪੂਰਾ ਵਿਸ਼ਵਾਸ ਆ, ਜਿਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਲੱਗੀਆਂ ਹੋਈਆਂ, ਅੱਜ ਸਾਨੂੰ ਲੋੜ ਆ ਜਿਹੜੀ ਵੀ ਕੋਈ ਦਿੱਕਤ ਆ ਉਹਦਾ ਰਲ ਕੇ ਸਾਹਮਣਾ ਕਰਨ ਦੀ। ਜਿੱਥੇ ਪੰਜਾਬ ਸਰਕਾਰ ਦੀ ਗੱਲ ਹੈ, ਮੈਂ ਉਹ ਵੀ ਕਹਿਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦਾ ਇੱਥੇ ਪੰਜਾਬ ਦੇ ਵਿੱਚ ਸਮਰਥਨ ਕੀਤਾ, ਚਾਹੇ ਰੇਲਾਂ ਰੋਕੀਆਂ ਸੀ, ਚਾਹੇ ਕੁਝ ਵੀ ਕੀਤਾ ਸੀ। ਬੜਾ ਦਬਾਅ ਸੀ ਇਹਨਾਂ ਦਾ, ਲਾਠੀਚਾਰਜ ਕਰੋ, ਇਹਨਾਂ ਨੂੰ ਕੋਈ ਏਦਾਂ ਧੱਕੇ ਨਾਲ ਰੇਲਾਂ ਖਾਲੀ ਕਰੋ, ਪਰ ਕੈਪਟਨ ਸਾਹਿਬ ਨੇ ਇੱਕ ਵੀ ਨਹੀਂ ਸੁਣੀ ਦਿੱਲੀ ਵਾਲਿਆਂ ਦੀ। ਉਸ ਤੋਂ ਬਾਅਦ ਫਿਰ ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦਾ ਪ੍ਰੋਗਰਾਮ ਲਿਖਿਆ, ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਸੁਨੇਹਾ ਦਿੱਤਾ ਸੀ ਵੀ ਅਸੀਂ ਨਾਲ ਆ। ਉਸ ਤੋਂ ਬਾਅਦ ਫਿਰ ਜਦੋਂ ਆ 3 ਆਰਡੀਨੈਂਸ ਦੇ ਖਿਲਾਫ ਵਿਧਾਨ ਸਭਾ 'ਚ ਰੈਜੂਲੇਸ਼ਨ ਲੈ ਕੇ ਆਂਦਾ, ਉਹਦੇ ਵਿੱਚ ਤੁਹਾਡੀ ਮਾਰਫਤ ਮੈਨੂੰ ਵੀ ਉੱਥੇ ਬੈਠਣ ਦਾ ਮੌਕਾ ਮਿਲਿਆ, ਮੈਨੂੰ ਵੀ ਉਸ ਰੈਜੂਲੇਸ਼ਨ ਦੇ ਵਿੱਚ ਯੋਗਦਾਨ ਦਾ ਪਾਉਣ ਦਾ ਮੌਕਾ ਮਿਲਿਆ, ਉਹਦੀ ਸਮਰਥਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਜਦੋਂ ਅਸੀਂ ਉਸ ਬਿੱਲ ਨੂੰ ਜਿਹੜਾ ਰੈਜੂਲੇਸ਼ਨ ਪਾਸ ਕਰਕੇ ਵਿਧਾਨ ਸਭਾ ਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਵੀ ਸਹਿਯੋਗ ਦਿੱਤਾ, ਤੇ ਉੱਥੇ ਗਵਰਨਰ ਸਾਹਿਬ ਕੋ ਗਏ, ਤੇ ਉਹ ਅਜੇ ਪਤਾ ਨਹੀਂ ਗਵਰਨਰ ਸਾਹਿਬ ਨੇ ਆਪਣੇ ਕੋਲ ਹੀ ਰੱਖਿਆ ਕਿ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਿੱਤਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ। ਕਿਉਂ ਕਿਹਾ ਜਾਂਦਾ ਸੀ? ਉਹਨੇ ਆਪਣੀ ਦਿੱਲੀ ਉਹਦਾ ਸੈਂਟਰ ਦੇ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹਦੀ ਵੀ ਪਰਵਾਹ ਨਾ ਕਰਦੇ ਹੋਏ ਉਦੋਂ ਉਹਨੇ ਆਪਣੀ ਕੁਰਸੀ ਨੂੰ ਲੱਤ ਮਾਰ ਕੇ ਪਾਣੀਆਂ ਦਾ ਬਿੱਲ ਲਿਆਂਦਾ ਸੀ ਵਿਧਾਨ ਸਭਾ 'ਚ। ਤੇ ਉਸ ਤੋਂ ਬਾਅਦ ਆ ਜਿਹੜਾ ਰੈਜੂਲੇਸ਼ਨ ਲੈ ਕੇ ਆਂਦਾ, ਇਹਦੇ ਵਿੱਚ ਤੁਹਾਨੂੰ ਪਤਾ ਜਦੋਂ ਪਾਰਲੀਮੈਂਟ 'ਚ ਬਿੱਲ ਪਾਸ ਹੋ ਜਾਏ, ਤੁਸੀਂ ਸਾਰੇ ਪੜ੍ਹੇ ਲਿਖੇ ਆ, ਉਸ ਤੋਂ ਬਾਅਦ ਉਹ ਬਿੱਲ ਰਾਸ਼ਟਰਪਤੀ ਸਾਹਿਬ ਕੋਲ ਜਾਂਦਾ, ਤੇ ਜਦੋਂ ਰਾਸ਼ਟਰਪਤੀ ਸਾਹਿਬ ਮੋਹਰ ਲਾ ਦੇਣ, ਜਿਹੜੀ ਸਟੇਟ ਉਹਦਾ ਵਿਰੋਧ ਕਰਦੀ ਆ ਤੇ ਉਦੋਂ ਉਹ ਸਰਕਾਰ ਨੂੰ ਡਿਸਮਿਸ ਕਰ ਸਕਦੀ ਆ। ਸੈਂਟਰ ਸਰਕਾਰ ਦੀ ਇੰਨੀ ਪਾਵਰ ਆ, ਤੇ ਘਰ ਨੂੰ ਤੋੜ ਸਕਦੀ ਆ, ਤੇ ਗਵਰਨਰੀ ਰਾਜ ਲਾ ਸਕਦੀ ਆ। ਕੈਪਟਨ ਅਮਰਿੰਦਰ ਸਿੰਘ ਜੀ ਨੇ ਉੱਥੇ ਵੀ ਆਪਦੀ ਕੁਰਸੀ ਨੂੰ ਲੱਤ ਮਾਰੀ। ਆ ਫੇਰ ਕੀ ਹੋਇਆ? ਫਿਰ ਜਦੋਂ ਰਾਣਿੰਦਰ ਨੂੰ ਪਹਿਲਾਂ ਨਹੀਂ ਸੱਦਿਆ ਗਿਆ, ਇੰਨਾ ਚਿਰ ਈਡੀ ਦੇ ਕੋਲ, ਇਹ ਕਿਉਂ ਸੱਦਿਆ ਗਿਆ? ਇਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਦਵਾ ਸੀ। ਮੈਂ ਪਿਛਲੇ ਹਫ਼ਤੇ ਚੰਡੀਗੜ੍ਹ ਸੀ ਤੇ ਮੈਂ ਉੱਥੇ ਮਿਲਣ ਗਿਆ, ਤੇ ਉੱਥੇ ਬੜੀ ਉੱਥੇ ਮੀਟਿੰਗ ਚੱਲ ਰਹੀ ਸੀ। ਮੈਂ ਕਿਹਾ ਕੀ? ਕਹਿੰਦੇ ਪ੍ਰੈਸ਼ਰ ਹੈ ਦਿੱਲੀ ਵਾਲਿਆਂ ਦਾ, ਪੰਜਾਬ ਤੋਂ ਜਿਹੜੀ ਕਿਸਾਨਾਂ ਨੂੰ ਸਪਲਾਈ ਜਾ ਰਹੀ ਆ ਉਹਨੂੰ ਪੰਜਾਬ ਸਰਕਾਰ ਬੰਦ ਕਰੇ। ਕੈਪਟਨ ਸਾਹਿਬ ਨੇ ਉਹਨਾਂ ਨੂੰ ਫਿਰ ਜਵਾਬ ਦਿੱਤਾ। ਫਿਰ ਦਿੱਲੀ ਸੱਦਿਆ ਗਿਆ। ਉਦੋਂ ਅਮਿਤ ਸ਼ਾਹ ਨਾਲ ਜਦੋਂ ਮੀਟਿੰਗ ਹੋਈ ਆ, ਉਦੋਂ ਵੀ ਕੈਪਟਨ ਸਾਹਿਬ ਨੇ ਠੋਕ ਕੇ ਜਵਾਬ ਦੇ ਕੇ ਆਏ, ਕਹਿੰਦੇ ਮੈਂ ਈਡੀ ਦੀ ਪਰਵਾਹ ਨਹੀਂ ਕਰਦਾ, ਮੇਰੇ ਤੇ 4 ਈਡੀਆਂ ਹੋਰ ਬਿਠਾ ਦਿਓ। ਸੋ ਇਸ ਕਰਕੇ ਮੈਂ ਅੱਜ ਕਿਸਾਨਾਂ ਨਾਲ ਖੜਾ ਔਰ ਕਿਸਾਨਾਂ ਦੇ ਨਾਲ ਰਹੂੰਗਾ। ਮੁੜ ਕੇ ਆ ਕੇ ਦੂਏ ਦਿਨ ਸਟੇਟਮੈਂਟ ਦਿੱਤੀ ਖੁੱਲ ਕੇ ਉਹਨਾਂ ਨੇ ਆਪਣੇ, ਤੁਸੀਂ ਸਾਰਿਆਂ ਨੇ ਸੁਣਿਆ ਨਾ, ਪ੍ਰੈਸਾਂ ਰਾਹੀਂ ਵੀ, ਅਖਬਾਰਾਂ ਰਾਹੀਂ ਵੀ, ਔਰ ਵੀ ਫੇਸਬੁੱਕ ਤੇ ਵੀ ਉਹਨਾਂ ਦੀ ਲਾਈਵ ਆਈ। ਸੋ ਇਸ ਕਰਕੇ ਵੀਰੋ ਮੈਂ ਤੁਹਾਨੂੰ ਦੱਸਣਾ ਚਾਹਣਾ
ਕਾਂਗਰਸ ਪਾਰਟੀ ਇਹ ਕਿਸਾਨਾਂ ਦੇ ਸੰਘਰਸ਼ ਨਾਲ ਕੰਧਾ ਮਿਲਾ ਕੇ ਚੱਲੂਗੀ। ਇਹ ਸਾਡੇ ਸਭ ਤੋਂ ਪਹਿਲਾਂ ਪਾਰਟੀ ਬਾਅਦ ਜਿੱਦਾਂ ਵੋਟਾਂ ਦੀ ਗੱਲ ਹੋਊ ਉਦੋਂ ਵੋਟਾਂ ਦਾ ਸਾਫ਼ ਕਰਾਂਗੇ। ਅੱਜ ਸਾਨੂੰ ਕਿਸਾਨੀ ਬਚਾਉਣੀ, ਜਵਾਨੀ ਬਚਾਉਣੀ, ਪੰਜਾਬ ਬਚਾਉਣਾ ਸਾਡੀ ਜ਼ਿੰਮੇਵਾਰੀ ਆ। ਜੇ ਅਸੀਂ ਅੱਜ ਨਾ ਇਹ ਮੌਕਾ ਸੰਭਾਲਿਆ ਤਾਂ ਅਸੀਂ ਕਦੀ ਵੀ ਮੌਕਾ ਨਹੀਂ ਸੰਭਾਲਾਂਗੇ। ਮੈਂ ਸਾਰੇ ਦੁਕਾਨਦਾਰ ਭਰਾਵਾਂ ਦਾ, ਵਪਾਰੀ ਵੀਰਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਅੱਜ ਇਸ ਬੰਦ ਦੇ ਵਿੱਚ ਬੜਾ ਸਮਰਥਨ ਦਿੱਤਾ। ਕਹਿਣ ਤੋਂ ਬਗੈਰ ਦੁਕਾਨਾਂ ਬੰਦ ਕੀਤੀਆਂ। ਮੈਂ ਸਵੇਰੇ ਜਲੰਧਰ ਸੀ, ਉੱਥੇ ਵੀ ਸਾਰਾ ਬੰਦ ਸੀ। ਸੋ ਇਸ ਕਰਕੇ ਵੀਰੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜੇ ਕਿਸਾਨੀ ਪੰਜਾਬ ਦੇ ਵਿੱਚ ਜਿੰਦਾ, ਕਿਉਂਕਿ ਕਿਸਾਨੀ ਪ੍ਰਧਾਨ ਸੂਬਾ ਵਾ। ਜੇ ਸਾਡੇ ਵਿੱਚ ਇੱਥੇ ਜ਼ਿਮੀਂਦਾਰਾਂ ਦੇ ਘਰ ਦਾਣੇ ਹੋਣਗੇ 4 ਦਾਣੇ ਤੇ ਉਹ ਗਰੀਬ ਘਰ ਦੇ ਘਰ ਆਉਣਗੇ। ਜੇ ਦੋਨਾਂ ਦੇ ਘਰ ਦਾਣੇ ਹੋਣਗੇ ਤਾਂ ਬਾਜ਼ਾਰ ਤੇ ਦੁਕਾਨਾਂ ਦੇ ਸਮਾਨ ਲੈਣ ਆਉਣਗੇ। ਤੇ ਦੋਨਾਂ ਕੋਲ ਕੁਛ ਨਾ ਹੋਇਆ ਤਾਂ ਦੁਕਾਨਦਾਰ ਵੀ ਵਿਹਲੇ ਰਹਿਣਗੇ ਤੇ ਅਸੀਂ ਵੀ ਕਿਤੇ ਨਹੀਂ, ਪਰਿਵਾਰਾਂ ਦੇ ਬੁਰੇ ਹਾਲਾਤ ਹੋ ਜਾਣਗੇ ਕਿ ਕੁਛ ਨਹੀਂ ਕਾਰੋਬਾਰ ਕਰ ਪਾਵਾਂਗੇ। ਸੋ ਅੱਜ ਲੋੜ ਹੈ ਸਾਨੂੰ ਆਪਣੀ ਸੋਚ ਨੂੰ ਉੱਚਾ ਕਰਨ ਦੀ, ਆਪਣੀ ਸੋਚ ਉੱਚਾ ਕਰਕੇ ਆਪਣੇ ਪਰਿਵਾਰਾਂ ਦੀ ਰਾਖੀ ਕਰਨ ਦੀ। ਸੋ ਵੀਰੋ ਆਓ ਰਲ ਕੇ ਆਪਾਂ ਇਹ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦੇ ਰਹੀਏ। ਆਪਾਂ ਇਸ ਸੰਘਰਸ਼ ਨੂੰ ਮਜ਼ਬੂਤ ਕਰਕੇ ਅੱਗੇ ਲੈ ਕੇ ਜਾਈਏ। ਅੱਜ ਸਾਰਿਆਂ ਨੂੰ ਆਪਾਂ ਸਮੇਂ ਹੋਰ ਵੀ ਜਿਹੜਾ ਕੱਲ ਸਾਡਾ ਪ੍ਰੋਗਰਾਮ ਸੀ ਵੀ ਪਾਰਟੀ ਵੱਲੋਂ ਸੁਨੇਹਾ ਆਇਆ ਸੀ ਤੇ ਮੈਂ ਰਾਤੀ ਜਦੋਂ ਪਾਰਟੀ ਵੱਲੋਂ ਸੁਨੇਹਾ ਆਇਆ ਵੀ ਆਪਾਂ ਹਰ ਇੱਕ ਬਲਾਕ ਦੇ ਵਿੱਚ ਜਿਹੜਾ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਨਾ ਤੇ ਰਾਤੀ ਮੇਰੇ ਖਿਆਲ ਸਾਰਿਆਂ ਨੂੰ 8-9 ਵਜੇ 7 ਵਜੇ 6 ਵਜੇ ਸੁਨੇਹਾ ਆਏ ਹੋਣੇ ਆ। 5 ਵਜੇ ਸੁਨੇਹਾ ਆਇਆ ਜਦੋਂ ਚੰਡੀਗੜ੍ਹੋਂ। ਅਸੀਂ ਉਦੋਂ ਫੋਨ ਕਰਨੇ ਸ਼ੁਰੂ ਕਰਤੇ ਮੁੰਡਿਆਂ ਨੂੰ। ਮੈਂ ਕਿਹਾ ਫੋਨ ਕਰ ਦਿਓ। ਪਰ ਮੈਨੂੰ ਜਦੋਂ ਸਵੇਰੇ ਇੱਥੋਂ ਫੋਨ ਗਿਆ ਉਹ ਕਹਿੰਦੇ ਜੇ ਇਕੱਠਾ ਕਰ ਲਈਏ। ਮੈਂ ਕਿਹਾ ਕੋਈ ਇਤਰਾਜ਼ ਨਹੀਂ, ਮੈਂ ਸੁਨੇਹਾ ਦੇ ਕੇ ਦੇਣਾ। ਸਾਡੇ ਮਲਸੀਆਂ ਪ੍ਰੋਟੈਸਟੀ ਮਲਸੀਆਂ ਅਸੀਂ ਬੈਠੇ ਸੀ, ਤਜਿੰਦਰ ਰਾਮਪੁਰ ਆ ਗਿਆ। ਮੈਨੂੰ ਕਹੇ ਮੁੰਡੇ ਕਹਿੰਦੇ ਕੀ ਕਰਨਾ? ਮੈਂ ਕਿਹਾ ਬੁਲਾਓ, ਕਿਉਂਕਿ ਇਹ ਕਿਸਾਨਾਂ ਦੀ ਗੱਲ ਆ ਕਿ ਤਜਿੰਦਰ ਆਪਣਾ ਕਿਸਾਨ ਆ। ਅੱਜ ਕੋਈ ਪਾਰਟੀਆਂ ਦੀ ਗੱਲ ਨਹੀਂ। ਜਦੋਂ ਇਹੋ ਜਿਹੀ ਸੋਚ ਉੱਚੀ ਕਰਾਂਗੇ ਤਾਂ ਪ੍ਰਮਾਤਮਾ ਆਪਣੇ ਆਪ ਹੀ ਕਿਰਪਾ ਕਰ ਦਿੰਦਾ। ਇਹ ਛੋਟੀ ਸੋਚ ਨਾਲ ਪ੍ਰਮਾਤਮਾ ਨੇ ਕਦੀ ਕਿਸੇ ਨੂੰ ਤਰੱਕੀ ਨਹੀਂ ਬਖਸ਼ਣੀ। ਸੋ ਸੋਚ ਉੱਚੀ ਕਰਕੇ ਚੱਲੀਏ, ਸਭ ਕੁਝ ਕਰ ਦਾਂਗੇ। ਜਿਹੜੇ ਰੋਕਣ ਵਾਲੇ ਮੈਨੂੰ ਉਹਨਾਂ ਦਾ ਵੀ ਪਤਾ। ਮੈਂ ਰੋਜ਼ ਮੇਰੇ ਕੋਲ ਹੀ ਜਾਂਦੇ ਨੇਰੇ ਸਵੇਰੇ ਕਰ ਦੂੰਗਾ ਉਹਨਾਂ ਨੂੰ ਸਹੀ। ਚਿੰਤਾ ਨਾ ਕਰੋ, ਚਿੰਤਾ ਨਾ ਕਰੋ। ਖਾਲਸਾ ਜੀ ਕਹਿੰਦੇ ਟਾਈਮ ਹੋ ਗਿਆ। ਮੈਂ ਟਾਈਮ ਤੇ ਆਪਾਂ ਜੋ ਸ਼ਾਂਤ ਬਾਈ ਜੋ ਸੁਨੇਹਾ ਤੁਹਾਡਾ ਮਹਾਰਾਜ ਅਸੀਂ ਤਾਂ ਸਿਰ ਮੱਥੇ ਪ੍ਰਵਾਨ ਕਰਨਾ। ਤੁਸੀਂ ਇੱਕੋ ਹੀ ਨਾਰਾ ਮਾਰਿਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 3 ਵੱਜ ਗਏ। जिंदाबाद किसान मजदूर एकता जिंदाबाद, किसान मजदूर एकता जिंदाबाद। ਅੱਜ ਸਾਰੇ ਦੇਸ਼ ਦੇ ਵਿੱਚ ਜਿਹੜੀ ਬੰਦ ਦੀ ਕਾਲ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ, ਉਹ ਅੱਜ ਸਾਡੇ ਮਹਿਤਪੁਰ ਬਲਾਕ ਦੇ ਸਾਰੇ ਸਾਥੀਆਂ ਨੇ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣਾ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਔਰ ਸਾਰਾ ਬਾਜ਼ਾਰ ਨੇ ਸਹਿਯੋਗ ਦਿੱਤਾ। ਸਾਰਾ ਬਾਜ਼ਾਰ ਬੰਦ ਆ ਔਰ ਬੜੀ ਚੰਗੀ ਗੱਲ ਆ ਜਦੋਂ ਕੋਈ ਔਖੀ ਘੜੀ ਆਵੇ ਕਿਸਾਨਾਂ ਦੇ, ਮਜ਼ਦੂਰਾਂ ਤੇ, ਵਪਾਰੀ ਵਰਗ ਤੇ ਰਲ ਕੇ ਅਸੀਂ ਚੱਲੀਏ ਤਾਂ ਉਹ ਉਹਦਾ ਹੱਲ ਨਿਕਲ ਜਾਂਦਾ। ਤੇ ਅੱਜ ਸਾਰੇ ਲੋਕਾਂ ਨੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਪਤਾ ਲੱਗਾ ਵੀ ਸਾਰੇ ਪੰਜਾਬ 'ਚ ਭਰਵਾਂ ਹੰਗਾਰਾ ਮਿਲਿਆ ਇਸ ਨੇ ਨੂੰ। ਤੇ ਮੈਨੂੰ ਉਮੀਦ ਆ ਵੀ ਜਿਹੜੀ ਸਾਡੇ ਤੇ ਔਖੀ ਘੜੀ ਆ, ਭੀੜ ਆ, ਜਿਹੜੇ ਕਿਸਾਨ ਵਿਰੋਧੀ ਬਿੱਲ ਆਏ ਆ, ਕਿਸਾਨ ਮਾਰੂ ਨੀਤੀ ਸੈਂਟਰ ਸਰਕਾਰ ਨੇ ਲੈ ਕੇ ਆਂਦਾ, ਇਹਨੂੰ ਜ਼ਰੂਰ ਅਸੀਂ ਰੱਦ ਕਰਾ ਕੇ ਹਟਾਂਗੇ ਔਰ ਕਿਸਾਨਾਂ ਨੂੰ ਖੁਸ਼ਹਾਲ ਬਣਾਵਾਂਗੇ, ਗਰੀਬ ਮਜ਼ਦੂਰਾਂ ਨੂੰ ਖੁਸ਼ਹਾਲ ਬਣਾਵਾਂਗੇ, ਵਪਾਰੀ ਵਰਗ ਨੂੰ ਤਕੜਾ ਕਰਾਂਗੇ। ਬਹੁਤ ਬਹੁਤ